Shall we begin? Let's begin. ਗੈਸਟ ਆ ਰਹੇ ਆ ਆਪਣੇ ਨਵੇਂ ਅੱਜ ਫਿਰ ਹਾਂ ਬਸ ਥੋੜੀ ਦੇਰ ਤੱਕ ਆਏ ਨਾ ਫੋਨ ਕਰਕੇ ਹਟਿਆ ਤੇ ਕੈਮਰਾ ਰੋਲ ਹੋ ਰਿਹਾ ਕਰੀਏ ਫਿਰ ਸ਼ੁਰੂ ਚਲੋ ਆਜੋ ਫਿਰ ਹੈਲੋ ਗਾਇਸ ਆਈ ਹੋਪ ਯੂ ਆਰ ਗੁੱਡ ਮਾਈ ਨੇਮ ਇਜ਼ ਪ੍ਰਿੰਸ ਐਂਡ ਮਾਈ ਨੇਮ ਇਜ਼ ਜਿਮੀ ਵੈਲਕਮ ਬੈਕ ਟੂ ਆਵਰ YouTube ਚੈਨਲ ਵੀ ਐਂਡ ਯੂ ਚਲੋ ਫਿਰ ਮਿਲਾਉਂਦੇ ਤੁਹਾਨੂੰ ਆਪਣੇ ਨਵੇਂ ਗੈਸਟ ਦੇ ਨਾਲ ਆਜੋ ਬਸ ਵਧੀਆ ਮੇਰਾ ਬਸ ਵਧੀਆ ਆਜੋ ਫਿਰ ਹਾਂਜੀ ਸਾਡੇ ਗੈਸਟ ਰਣਜੀਤ ਅੱਜ ਪਹੁੰਚ ਚੁੱਕੇ ਆ ਤੇ ਆਪਾਂ ਕਰਦੇ ਹਾਂ ਆਪਣੇ ਪਹਿਲੇ ਸਵਾਲ ਨਾਲ ਸ਼ੁਰੂਆਤ ਫਿਰ ਤੇ ਪਹਿਲਾ ਸਵਾਲ ਸਾਡਾ ਹੈ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਥੋੜਾ ਉਹਨਾਂ ਦੇ ਬਾਰੇ ਤੇ ਸਾਨੂੰ ਦੱਸੋ ਫਿਰ ਤੁਸੀਂ ਕੈਨੇਡਾ ਆ ਚੁੱਕੇ ਹੋ ਪਿੱਛੇ ਇੰਡੀਆ 'ਚ ਕੀ ਸਟਰਗਲ ਰਹੀ ਹੈ ਆਪਣੀ ਇੰਡੀਆ ਬਾਰੇ ਜੇ ਮੈਂ ਗੱਲ ਕਰਾਂ ਤਾਂ ਬੇਸਿਕਲੀ ਮੇਰੀ ਸਕੂਲਿੰਗ ਮੇਰੇ ਫਾਦਰ ਸਾਹਿਬ ਨਾਲ ਹੋ ਕੇ ਰਹੀ ਆ ਤੇ ਕਿਉਂਕਿ ਮੇਰੇ ਫਾਦਰ ਸਾਹਿਬ ਸਰਵਿਸ ਚੋਂ ਰਿਟਾਇਰ ਆਏ ਨੇ ਆਰਮੀ ਚੋਂ ਤੇ ਮੈਂ ਵੱਖਰੀ ਜਗ੍ਹਾ ਤੇ ਰਹਿ ਕੇ ਆਪਣੀ ਸਕੂਲਿੰਗ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਬੇਸਿਕਲੀ ਮੈਂ ਬਿਲੋਂਗ ਕਰਦਾ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਆ ਤੇ ਮੇਰਾ ਪਿੰਡ ਛੋਟਾ ਜਿਹਾ ਕਸਬਾ ਅਜਨੂਹਾ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਫਿਰ ਆਫਟਰ ਮਾਈ 12th ਮੈਂ ਫਿਰ ਵਾਪਸ ਆਪਣੇ ਪਿੰਡ ਚਲ ਗਿਆ ਤੇ ਫਾਦਰ ਸਾਹਿਬ ਦੀ ਸਰਵਿਸ ਕੰਟੀਨਿਊ ਸੀ ਮੈਂ ਪਿੰਡ ਚਲ ਗਿਆ ਤੇ ਉੱਥੋਂ ਮੈਂ ਆਪਣਾ ਇੰਜੀਨੀਅਰਿੰਗ 'ਚ ਐਡਮਿਸ਼ਨ ਲਿਆ ਤੇ ਮੇਰੀ ਇੰਜੀਨੀਅਰਿੰਗ ਸੰਤ ਭਾਗ ਸਿੰਘ ਯੂਨੀਵਰਸਿਟੀ ਤੋਂ ਹੋਈ ਆ ਉਸ ਤੋਂ ਬਾਅਦ ਫਿਰ ਮੇਰਾ ਇੰਟਰਸਟ ਸ਼ੁਰੂ ਤੋਂ ਹੀ ਆਰਮੀ ਵੱਲ ਸੀਗਾ ਕਿਉਂਕਿ ਮੈਂ ਫਾਦਰ ਸਾਹਿਬ ਸਰਵਿਸ 'ਚ ਸੀਗੇ ਤਾਂ ਸ਼ੁਰੂ ਤੋਂ ਮੈਂ ਉਹ ਯੂਨੀਫਾਰਮ ਜਿਹੜੀ ਪਰਸਨੈਲਿਟੀ ਹੁੰਦੀ ਨਾ ਇੱਕ ਔਰਾ ਹੁੰਦਾ ਉਹ ਮੇਰੇ ਵਿੱਚ ਸ਼ੁਰੂ ਤੋਂ ਸੀਗਾ ਕਿ ਹਾਂ ਮੈਂ ਇਹ ਚੀਜ਼ ਅਚੀਵ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਉਹਦੀ ਤਿਆਰੀ ਸ਼ੁਰੂ ਕੀਤੀ ਮੈਂ ਪ੍ਰੀ ਫਾਈਨਲ ਈਅਰ 'ਚ ਆਪਣੀ ਐਸਐਸਬੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਕਾਫੀ ਉਹਦੇ ਲਈ ਪ੍ਰੀਪਰੇਸ਼ਨ ਕੀਤੀ ਦੈਨ ਮੈਂ ਕੁਝ ਗਲਤੀਆਂ ਵੀ ਕੀਤੀ ਉਹਦੇ ਕਰਕੇ ਕਿਉਂਕਿ ਮੈਂ ਆਰਮੀ ਜੁਆਇਨ ਕਰਨ ਪਿੱਛੇ ਮੈਂ ਕਾਫੀ ਵਧੀਆ ਓਪਰਚੁਨਿਟੀਜ਼ ਛੱਡ ਦਿੱਤੀ ਮੈਨੂੰ ਕਾਲ ਆਈ ਸੀ ਇੱਕ ਵਾਰ ਸੈਮਸੰਗ ਤੋਂ ਸੈਮਸੰਗ R&D ਤੋਂ ਇੰਟਰਵਿਊ ਦੀ ਬਟ ਮੈਂ ਆਪਣੇ ਐਸਐਸਬੀ ਇੰਟਰਵਿਊ ਕਰਕੇ ਉਸ ਚੀਜ਼ ਨੂੰ ਨਿਗਲੈਕਟ ਕਰ ਦਿੱਤਾ ਦੈਨ ਉਸ ਤੋਂ ਬਾਅਦ ਫਿਰ ਫਾਈਨਲੀ ਮੈਂ ਸੋਚਿਆ ਕਿ ਹਾਂ ਤੇ ਮੈਨੂੰ ਐਟਲੀਸਟ ਸਾਈਡ ਬਾਈ ਸਾਈਡ ਆਪਣਾ ਐਕਸਪੈਂਸਸ ਖੁਦ ਹੈਂਡਲ ਕਰਨ ਲਈ ਮੈਨੂੰ ਕੁਛ ਨਾ ਕੁਛ ਤਾਂ ਸਾਈਡ ਬਾਈ ਸਾਈਡ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਫਿਰ ਮੇਰੀ ਜੌਬ ਲੱਗੀ ਮਹਾਰਾਸ਼ਟਰ ਐਜ਼ ਅ ਡਰਾਈਵ ਟੈਸਟ ਐਂਡ ਆਪਟੀਮਾਈਜ਼ੇਸ਼ਨ ਇੰਜੀਨੀਅਰ ਏਅਰਟੈਲ 'ਚ ਤੇ ਮੈਂ ਉੱਥੇ ਗਿਆ ਮੈਂ 1 ਮਹੀਨਾ ਤੇ ਜੌਬ ਕੀਤੀ ਤੇ 1 ਮਹੀਨਾ ਜੌਬ ਕਰਨ ਤੋਂ ਬਾਅਦ ਫਿਰ ਸਡਨਲੀ ਮੇਰੇ ਮਨ 'ਚ ਆਇਆ ਕਿ ਨਹੀਂ ਇਹ ਫੀਲਡ ਮੇਰੇ ਲਈ ਬਣੀ ਨਹੀਂ ਹੈ ਤੇ ਉੱਥੇ ਮੈਂ ਰਿਜ਼ਾਈਨ ਪਾਤਾ 1 ਮਹੀਨੇ ਬਾਅਦ ਹੀ ਤੇ ਉੱਥੇ ਹੀ ਮੇਰੇ ਅੰਕਲ ਸੀਗੇ ਕਰਨਲ ਆ ਕੇ ਸੈਨਾ ਰਿਟਾਇਰਡ ਕਰਨਲ ਆ ਕੇ ਸੈਨਾ ਤੇ ਉਹਨਾਂ ਤੋਂ ਫਿਰ ਮੈਂ ਉਹਨਾਂ ਦੇ ਕੋਲ ਫਿਰ 1 ਮਹੀਨਾ ਰੁਕਿਆ ਉਹਨਾਂ ਕੋਲ ਫਿਰ ਮੈਂ ਪ੍ਰੀਪਰੇਸ਼ਨ ਕੀਤੀ ਐਸਐਸਬੀ ਦੀ ਉੱਥੋਂ ਮੈਂ ਵਾਪਸ ਆ ਗਿਆ ਐਕਚੁਅਲੀ ਮੇਰੀ ਫੈਮਿਲੀ ਦਾ ਮੈਨੂੰ ਸ਼ੁਰੂ ਤੋਂ ਸਪੋਰਟ ਰਿਹਾ ਕਾਫੀ ਜ਼ਿਆਦਾ ਸਪੋਰਟ ਰਿਹਾ ਇਸ ਚੀਜ਼ ਨਾਲ ਮੈਂ ਕਦੀ ਫੋਰਸ ਨਹੀਂ ਕੀਤਾ ਕਿ ਤੂੰ ਆਪਣੇ ਵਿਲ ਦੇ ਅਗੇਂਸਟ ਜਾ ਤੇ ਕਿਤੇ ਕੰਮ ਕਰ ਫਿਰ ਮੈਂ ਜਦ ਵਾਪਸ ਮੈਂ ਆਇਆ ਉਸ ਤੋਂ ਬਾਅਦ ਮੈਂ ਇੰਟਰਵਿਊ ਦੇਣਾ ਸ਼ੁਰੂ ਕੀਤਾ ਆਪਣੀ ਤਿਆਰੀ ਸ਼ੁਰੂ ਕੀਤੀ ਤੇ ਡਿਊਰਿੰਗ ਮਾਈ ਕਾਲਜ ਡੇਜ਼ ਮੈਂ ਐਨਸੀਸੀ 'ਚ ਵੀ ਸੀਗਾ ਤੇ ਜਿਹੜੀ ਤੁਸੀਂ ਕਿ ਇੰਟਰਵਿਊ ਦੇਣੀ ਸ਼ੁਰੂ ਕੀਤੀ ਉਹ ਆਈਟੀ ਫੀਲਡ ਸੀ ਜਾਂ ਕੋਈ ਨਹੀਂ ਜੀ ਮੈਂ ਐਸਐਸਬੀ ਦੀ ਇੰਟਰਵਿਊ ਦੇਣੀ ਸ਼ੁਰੂ ਕਰ ਉਹ ਅੱਛਾ ਹਾਂਜੀ ਤੇ ਹੋਰ ਮੈਂ ਕਾਲਜ ਡੇਜ਼ ਤੋਂ ਜਿੱਦਾਂ ਮੈਂ ਐਨਸੀਸੀ 'ਚ ਸੀਗਾ ਤਾਂ ਮੈਂ ਐਨਸੀਸੀ ਸਪੈਸ਼ਲ ਐਂਟਰੀ ਦੇ ਥਰੂ ਅਪਲਾਈ ਕਰਨਾ ਸ਼ੁਰੂ ਕੀਤਾ ਦੈਨ ਮੈਂ ਆਪਣੀ ਇੰਜੀਨੀਅਰਿੰਗ ਦੇ ਐਸਐਸਸੀ ਟੈਕ ਐਂਟਰੀ ਦੇ ਥਰੂ ਅਪਲਾਈ ਕਰਨਾ ਸ਼ੁਰੂ ਕੀਤਾ ਪੜ੍ਹਾਈ 'ਚ ਇਹ ਵੀ ਨਹੀਂ ਮੈਂ ਬਹੁਤ ਵਧੀਆ ਸੀਗਾ ਮੋਡਰੇਟ ਜਿਹਾ ਸੀਗਾ ਤੇ ਉਹਦੇ ਕਰਕੇ ਫਿਰ ਮੈਂ ਇੱਕ ਦੋ ਅਟੈਂਪਟ ਦਿੱਤੇ ਸੀ ਸੀਰੀਅਸ ਤੇ ਬਟ ਆਈ ਕੁਡਨਟ ਏਬਲ ਟੂ ਕਲੀਅਰ ਇਟ ਦੈਨ ਆਫਟਰਵਰਡਸ ਮੈਂ FCAT ਦਾ ਦਿੱਤਾ ਮੈਂ 1 ਜਾਂ 2 ਮਾਰਕਸ ਨਾਲ ਉਹ ਵੀ ਨਹੀਂ ਕਲੀਅਰ ਕਰ ਪਾਇਆ ਬਟ ਮੇਰੇ ਕੋਲ ਇੱਕ ਓਪਰਚੁਨਿਟੀ ਚੰਗੀ ਸੀਗੀ ਮੇਰੇ ਕੋਲ ਡਾਇਰੈਕਟ ਐਂਟਰੀ ਸੀਗੀ ਇੰਜੀਨੀਅਰਿੰਗ ਐਂਟਰੀ ਹਾਂਜੀ ਐਂਡ ਮੇਰੇ ਕੋਲ NCC ਐਂਟਰੀ ਵੀ ਸੀਗੀ ਡਾਇਰੈਕਟ ਐਂਟਰੀ ਤਾਂ ਮੈਂ ਉਹਦੇ ਲਈ ਤਿਆਰੀ ਸ਼ੁਰੂ ਕੀਤੀ ਤਾਂ ਮੇਰੇ ਇਨੀਸ਼ੀਅਲ ਅਟੈਂਪਟ 'ਚ ਮੇਰਾ ਨਹੀਂ ਹੋ ਪਾਇਆ ਮੈਂ ਫਸਟ ਸਟੇਜ ਤੇ ਆਊਟ ਹੋ ਗਿਆ ਪਰ ਲੱਗਦਾ ਤੁਸੀਂ ਬ੍ਰਿਲੀਅੰਟ ਹੈ ਬ੍ਰਿਲੀਅੰਟ ਇਦਾਂ ਹੁੰਦਾ ਕਿ ਜਿਹੜਾ ਬੰਦਾ ਜ਼ਿਆਦਾ ਪੜ੍ਹਦਾ ਹੈ ਤਾਂ ਮਤਲਬ ਇਹ ਨਹੀਂ ਕਿ ਬ੍ਰਿਲੀਅੰਟ ਆ ਸਾਰਿਆਂ ਦਾ ਇੰਟਰਸਟ ਵੱਖਰਾ ਹੁੰਦਾ ਹੈ ਤਾਂ ਇਨ ਕੇਸ ਹਮ ਸਪੋਜ਼ ਕਰੋ ਇੱਕ ਬੰਦਾ ਹੈ ਜੇ ਸਕੋਰ ਕਰ ਰਿਹਾ ਹਾਈ ਨਾ ਮਾਰਕਸ ਇਹਦਾ ਮਤਲਬ ਹਾਂ ਆਪਾਂ ਕਹਿ ਸਕਦੇ ਹਾਂ ਮਿਹਨਤ ਮਾਰੀ ਉਹ ਬ੍ਰਿਲੀਅੰਟ ਆ ਜਿਹੜਾ ਇੱਕ ਬੰਦਾ ਹੈ ਜਿਹੜਾ ਲੋ ਸਕੋਰ ਕਰ ਰਿਹਾ ਬਟ ਇਨੀਸ਼ੀਅਲੀ ਉਹ ਆਪਣੇ ਟੁਵਰਡਸ ਆਪਣੇ ਐਗਜ਼ਾਮ ਦੇ ਕੋਲ ਜਾ ਕੇ ਪੜ੍ਹਨ ਲੱਗ ਪੈਂਦਾ ਸਟਿਲ ਵੀ ਮੈਨੇਜ ਟੂ ਸਕੋਰ ਗੁੱਡ ਮਾਰਕਸ ਇਹਦਾ ਮਤਲਬ ਉਹ ਇਹ ਤਾਂ ਨਹੀਂ ਹੈਗਾ ਕਿ ਮਾੜਾ ਹੈ ਨਾ ਉਸ ਟਾਈਪ ਦੇ ਅਸੀਂ ਬੰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਇੰਟਰਵਿਊ ਦੇਣਾ ਸ਼ੁਰੂ ਕੀਤਾ ਇਨੀਸ਼ੀਅਲੀ ਨਹੀਂ ਗੱਲ ਬਣੀ ਤੇ ਬਟ ਘਰਦਿਆਂ ਨੇ ਸਪੋਰਟ ਹਮੇਸ਼ਾ ਨਾਲ ਰੱਖਿਆ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਹਾਂ ਮੈਂ ਘਰਦਿਆਂ ਨੂੰ ਇੰਜੀਨੀਅਰਿੰਗ ਤੇ ਮੈਂ ਇੰਨਾ ਪੈਸਾ ਇਨਵੈਸਟ ਕੀਤਾ ਨਾ ਉਸ ਤੋਂ ਬਾਅਦ ਹੁਣ ਮੈਂ ਫਿਰ ਸੇ ਘਰਦਿਆਂ ਨਾਲ ਕਿਉਂਕਿ ਇੱਕ ਵਾਰ ਤੁਸੀਂ ਇੱਕ ਟ੍ਰਿਪ ਲਾ ਕੇ ਆਉਂਦੇ ਹੋ ਐਸਐਸਬੀ ਦਾ ਸੋ ਇਟ ਕਾਸਟਸ ਯੂ ਅਰਾਊਂਡ ਲਾਈਕ ਆਲਮੋਸਟ 4 to 5,000 ਹਾਂਜੀ ਕਿਉਂਕਿ ਤੁਸੀਂ ਵੱਖਰੀ ਜਗ੍ਹਾ ਤੇ ਜਾਣਾ ਰਿਜ਼ਰਵੇਸ਼ਨ ਕਰਾਉਣੀ ਟ੍ਰੇਨ ਦੇ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਰਹਿਣਾ ਇਨੀਸ਼ੀਅਲੀ ਤੇ ਇਸ ਕਰਕੇ ਨਾ ਫਿਰ ਮੈਨੂੰ ਲੱਗਿਆ ਕਿ ਮੈਂ ਫਿਰ ਸੇ ਜੌਬ ਨੂੰ ਜੁਆਇਨ ਕਰਾਂ ਤੁਹਾਡੀ ਲਰਨਿੰਗ ਸਟੇਜ ਵੀ ਬਹੁਤ ਪੀਕ ਰਹੀ ਹੈ ਬਹੁਤ ਕੁਝ ਲਰਨ ਕੀਤਾ ਮੈਂ ਹਾਂਜੀ ਤੇ ਸਟਾਰਟਿੰਗ ਕੀਤੀ ਆਈਟੀ ਤੋਂ ਆਈਟੀ ਵੱਲ ਨੂੰ ਵੀ ਤੁਹਾਡਾ ਇੰਟਰਸਟ ਰਿਹਾ ਥੋੜਾ ਜਿਹਾ ਹਾਂਜੀ ਕਹਿ ਸਕਦੇ ਹਾਂ ਤੇ ਫਿਰ ਜਾਣਨ ਦਾ ਦੱਸਿਆ ਕਿ ਪੈਸੇ ਵੀ ਬਹੁਤ ਇਨਵੈਸਟ ਕੀਤੇ ਤੇ ਕਮਾਏ ਵੀ ਮੈਨੂੰ ਲੱਗਦਾ ਕਾਫੀ ਹੈ
ਇੰਨਾ ਕਹਿ ਸਕਦੇ ਕਿਉਂਕਿ ਇੱਕ ਟਾਈਮ 'ਚ ਇਦਾਂ ਹੁੰਦਾ ਕਿ ਜਦ ਤੁਸੀਂ ਨਾ ਓਪਰਚੁਨਿਟੀਜ਼ ਪਹਿਲਾਂ ਛੱਡ ਦਿੰਦੇ ਹੋ ਹਾਂ ਫਿਰ ਡਿਪੈਂਡ ਕਰਦਾ ਤੁਹਾਡੇ ਲੱਕ ਤੇ ਕਿ ਤੁਹਾਡੇ ਕੋਲ ਦੁਬਾਰਾ ਓਪਰਚੁਨਿਟੀ ਆਊਗੀ ਕਿ ਨਹੀਂ ਆਊਗੀ। ਨਹੀਂ, ਇਹ ਗੱਲ ਸਹੀ ਹੁਣ ਹੈ। ਮੈਂ 에ਅਰਟੈਲ ਵਰਗੀ ਜਾਂ ਫਿਰ ਸੈਮਸੰਗ ਵਰਗੀ ਓਪਰਚੁਨਿਟੀ ਮਿਸ ਕੀਤੀ ਹੈ ਜਿੱਥੇ ਮੈਂ ਇੰਟਰਵਿਊ ਨਹੀਂ ਦਿੱਤਾ ਤੇ ਬਾਅਦ 'ਚ ਓਪਰਚੁਨਿਟੀਆਂ ਮੇਰੇ ਕੋਲ ਆਈਆਂ ਨਹੀਂ ਤੇ ਬਟ ਹਾਂ ਫਿਰ ਮੈਂ ਸੋਚਿਆ ਕਿ ਫਿਰ ਮੈਂ ਇੱਕ ਦੋ ਇੰਟਰਵਿਊ ਦਿੱਤੇ ਆਈਟੀ ਦੇ ਵਿੱਚ ਹੀ ਤੇ ਮੈਨੂੰ ਫਿਰ ਮੈਂ ਜਲੰਧਰ ਜੌਬ ਕਰਨੀ ਸ਼ੁਰੂ ਕੀਤੀ ਐਜ਼ ਅ ਨੈਟਵਰਕ ਹੈਡ। ਇੱਕ ਗੱਲ ਦੱਸੋ, ਤੁਸੀਂ ਬੋਹੇਮੀਆ ਦੇ ਫੈਨ? ਨਹੀਂ ਜੀ, ਜਿੱਦਾਂ ਟੋਪੀ ਭਾਈ ਲੱਗ ਰਿਹਾ ਮੈਨੂੰ। ਨਹੀਂ ਐਕਚੁਅਲੀ ਇਹਦਾ ਰੀਜ਼ਨ ਇਹ ਹੈ ਕਿ ਬੇਸਿਕਲੀ ਇਹਦਾ ਰੀਜ਼ਨ ਆਪਾਂ ਦੱਸਾਂਗੇ ਥੋੜੀ ਦੇਰ ਤੱਕ ਦੱਸਾਂਗੇ। ਜ਼ਰੂਰ ਸਾਰਾ ਕੁਝ ਦੱਸਾਂਗੇ ਆਪਣੀ ਪਬਲਿਕ ਨੂੰ ਹਜੇ ਸ਼ੁਰੂ ਚ ਹਾਂ। ਤੇ ਦੂਜਾ ਕੁਐਸਚਨ ਆਪਾਂ ਪੁੱਛਾਂਗੇ ਕਿ ਤੁਹਾਡਾ ਹੁਣ ਤੁਸੀਂ ਕੀ ਕਰਦੇ ਆ ਇੱਥੇ ਕੈਨੇਡਾ 'ਚ? ਕੀ ਕਰ ਰਹੇ ਆ? ਮਤਲਬ ਇਹ ਨਹੀਂ ਕਿ ਕੀ ਕਰਦੇ ਦਾ ਆਬਵੀਅਸਲੀ ਇੰਟਰਨੈਸ਼ਨਲ ਸਟੂਡੈਂਟ ਹੈ ਔਨ ਵਰਕ ਪਰਮਿਟ, ਪਰ ਕਿਹੜੀ ਜੌਬ ਕਰਦੇ ਆ? ਥੋੜੀ ਆਪਣੀ ਸਟਰਗਲ ਹੈ। ਹਾਂਜੀ, ਜਦ ਮੈਂ ਕੈਨੇਡਾ 'ਚ ਆਇਆ ਇਨੀਸ਼ੀਅਲੀ ਐਕਚੁਅਲੀ ਮੇਰੇ ਬੜੇ ਬ੍ਰਦਰ ਇੱਥੇ ਨੇ। ਹਾਂਜੀ, ਤੇ ਮੈਂ ਉਹਨਾਂ ਦੇ ਕੋਲ ਹਾਂਜੀ ਤੇ ਮੈਂ ਉਹਨਾਂ ਕੋਲ ਸਟੇ ਕੀਤੀ। ਮੈਂ ਫਸਟ ਸੈਮੈਸਟਰ ਉਹਨਾਂ ਦੇ ਕੋਲ ਹੀ ਰਿਹਾ। ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਛੋਟੀ ਮੋਟੀ ਜੌਬਾਂ ਜਿੱਦਾਂ ਇਨੀਸ਼ੀਅਲੀ ਆਬਵੀਅਸਲੀ ਕੋਈ ਜੌਬ ਛੋਟੀ ਨਹੀਂ ਹੁੰਦੀ, ਸਾਰਿਆਂ ਨੇ ਮਿਹਨਤ ਮਾਰਦੇ ਆ। ਮੇਰੇ ਪਹਿਲੇ ਐਕਸਪੀਰੀਅੰਸ ਸੀਗੇ ਉਹ, ਤਾਂ ਫਿਰ ਮੈਂ ਸਭ ਤੋਂ ਪਹਿਲੀ ਜੌਬ ਕੀਤੀ ਆਪਣੀ ਡੋਮੀਨੋਜ਼ 'ਚ। ਹਾਂਜੀ, ਤੇ ਉੱਥੇ ਮੈਂ ਕਾਫੀ ਸਾਰੇ ਨਵੇਂ ਐਕਸਪੀਰੀਅੰਸ ਯਾਨੀ ਕਿ ਉਹ ਕੀਤੇ, ਫੇਸ ਕੀਤੇ ਕਿ ਹਾਂ ਜਦ ਮੈਂ ਘਰੇ ਹੁੰਦਾ ਸੀਗਾ ਕਦੀ ਮੈਂ ਘਰ ਦਾ ਕੰਮ ਨਹੀਂ ਕਰਵਾਇਆ ਸੀਗਾ ਤੇ ਘਰ ਦੇ ਕਹਿੰਦੇ ਸੀ ਕਿ ਕੁਝ ਕਰ ਲਾ, ਹੱਥ ਤੇ ਪੇਰੈਂਟ ਕੀ ਸਾਡਾ ਉੱਥੇ 14 ਸਮਥਿੰਗ। ਹਾਂ ਗ੍ਰੇਟ ਆ। ਮੈਂ ਸ਼ੁਰੂਆਤ ਕੀਤੀ ਸੀ, ਮੈਂ $11 ਤੋਂ ਕੀਤੀ ਸੀ। ਆਪਾਂ ਵੀ $11 ਭਾਈ ਸਾਡੇ ਤੋਂ ਬਾਅਦ ਆ, ਇਸ ਕਰਕੇ ਇਹਨਾਂ ਦਾ 14 ਸੀ। 14 ਹੋ ਗਿਆ। ਹਾਂਜੀ ਚਲੋ 2 ਸਾਲ ਚ ਕਿੰਨਾ ਫਰਕ ਪੈ ਗਿਆ ਹੈ। ਬਿਲਕੁਲ ਨਹੀਂ, ਵਧੀਆ। ਤੇ ਇਹ ਸਾਰੀਆਂ ਗੱਲਾਂ ਹੋ ਗਈਆਂ ਭਾਈ। ਹੁਣ ਪਹੁੰਚ ਗਏ ਇਸ ਵੇਲੇ ਸਮਾਂ ਚੱਲ ਰਿਹਾ ਕੁਆਰੰਟਾਈਨ ਟਾਈਮ, ਕੋਵਿਡ ਆ ਚੁੱਕਿਆ ਤੇ ਹੁਣ ਤੁਹਾਡੀ ਲਾਈਫ ਸਟਾਈਲ ਕਿੱਦਾਂ ਚੱਲ ਰਿਹਾ? ਮਤਲਬ ਰਾਈਟ ਨਾਓ ਜੀ ਮੈਂ ਹੁਣ ਸਿਕਿਉਰਿਟੀ ਕਰ ਰਿਹਾ ਜਿੱਦਾਂ। ਹਾਂਜੀ, ਜਦ ਮੇਰਾ ਕਾਲਜ ਦਾ ਫਾਈਨਲ ਸਮੈਸਟਰ ਸੀ ਮੈਂ ਆਪਣੀ ਇੰਟਰਨਸ਼ਿਪ ਖਤਮ ਕਰਕੇ ਹਟਿਆ ਸੀਗਾ। ਉਸ ਤੋਂ ਬਾਅਦ ਫਿਰ ਮੇਰੀ ਇੰਟਰਨਸ਼ਿਪ ਡਨ ਹੋ ਗਈ। ਦੈਨ ਆਫਟਰਵਰਡਸ ਮੈਂ ਆਪਣੀ ਯਾਨੀ ਕਿ ਵਰਕ ਪਰਮਿਟ ਅਪਲਾਈ ਕੀਤਾ ਤੇ ਵਰਕ ਪਰਮਿਟ ਅਪਲਾਈ ਕੀਤਾ, ਮੈਂ ਉਹਦੇ ਵੇਟ ਕਰ ਰਿਹਾ ਸੀਗਾ ਤੇ ਜਦ ਤੱਕ ਵਰਕ ਪਰਮਿਟ ਆਇਆ ਤਦ ਤੱਕ ਕੁਆਰੰਟਾਈਨ ਸਟਾਰਟ ਹੋ ਗਿਆ। ਵਰਕ ਪਰਮਿਟ ਤਾਂ ਆਇਆ ਨਹੀਂ, ਕੋਵਿਡ-19 ਆ ਗਿਆ। ਕਹਿ ਸਕਦੇ ਹੋ, ਬਿਲਕੁਲ ਕਹਿ ਸਕਦੇ ਹੋ। ਨਹੀਂ ਕੋਈ ਨਹੀਂ। ਉਸ ਤੋਂ ਬਾਅਦ ਫਿਰ ਆਈਟੀ ਦੀ ਜੌਬਾਂ ਵੀ ਨੇ ਕਿ ਉਹਨਾਂ ਨੇ ਇੰਟਰਵਿਊ ਵਗੈਰਾ ਵੀ ਉਹਨਾਂ ਨੇ ਉਹ ਕਰਤੇ, ਹੋਲਡ ਤੇ ਰੱਖਤੇ। ਆਪਾਂ ਉਹ ਵੀ ਨਹੀਂ ਦੇ ਸਕਦੇ ਸੀ। ਤਾਂ ਮੈਂ ਪ੍ਰੀਵੀਅਸਲੀ ਸਿਕਿਉਰਿਟੀ ਦੀ ਜੌਬ ਕਰਦਾ ਸੀਗਾ ਤੇ ਮੈਂ ਉਹੀ ਦੁਬਾਰਾ ਕੰਟੀਨਿਊ ਕੀਤੀ। ਕੋਈ ਕੰਟੀਨਿਊ ਕਰ ਰਿਹਾ? ਹਾਂਜੀ, ਤੇ ਮੰਡੇ ਟੂ ਫਰਾਈਡੇ ਉੱਥੇ ਹੁੰਦਾ ਮੈਂ 4 to 12। ਓਕੇ। ਦੈਨ ਵੀਕਐਂਡਸ 'ਚ ਮੋਸਟਲੀ ਮੈਂ ਘਰੇ ਹੁੰਦਾ ਆ ਤੇ ਕਦੀ ਇਹਨੇ ਟਾਈਮ ਮਿਲਦਾ ਤਾਂ ਮੇਰੇ ਬ੍ਰਦਰ ਨੂੰ ਮਿਲਣ ਚੱਲ ਜਾਂਦਾ ਹੈ। ਫੈਮਿਲੀ ਬਹੁਤ ਇੰਪੋਰਟੈਂਸ ਰੱਖਦੀ ਹੈ ਇੱਥੇ। ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ। ਇਹ ਹੈ ਸਾਡੇ ਅੱਜ ਦੇ ਗੈਸਟ ਰਣਜੀਤ, ਤੇ ਕੋਸ਼ਿਸ਼ ਕਰਾਂਗੇ ਜਿੱਦਾਂ ਇੰਟਰਵਿਊ ਅੱਗੇ ਜਾਏਗੀ ਇਹਨਾਂ ਦੇ ਦਿਲ 'ਚ ਹੋਰ ਡੂੰਘਾ ਜਾਣ ਦੀ ਤੇ ਗੱਲਾਂ ਬਾਹਰ ਕੱਢਣ ਦੀ। ਪਰ ਥੋੜਾ ਡਿਟੇਲ 'ਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਯੂ نو ਵਾਟ ਆਈ ਮੀਨ। ਡਿਟੇਲ 'ਚ ਜਾਵਾਂਗੇ ਤੇ ਇਮਤਿਹਾਨ ਵੀ ਬੜੇ ਹੋਣਗੇ ਅੱਗੇ। ਬੜੇ ਭਾਰੀ ਸ਼ਬਦ ਯੂਜ਼ ਕਰ ਰਹੇ। ਕੀ ਗੱਲ? ਕਹਿੰਦੇ ਬਿਨਾਂ ਭਾਵਨਾਵਾਂ ਤੋਂ ਸ਼ਾਇਰੀ ਕਾਦੀ। ਦੇਖੋ ਮੈਨੂੰ ਲੱਗਦਾ ਇੰਟਰਵਿਊ ਰਣਜੀਤ ਦੀ ਨਹੀਂ, ਆਪਾਂ ਇੰਟਰਵਿਊ ਜਿਮੀ ਦੀ ਲੈਣੀ ਚਾਹੀਦੀ ਸਾਨੂੰ ਹੁਣ। ਯਾਰ ਸ਼ਾਇਰ ਬੰਦਾ ਸਾਡੇ ਬੈਠੇ ਤੇ ਪ੍ਰੈਜ਼ੈਂਟ ਦਾ ਅਸਰ ਹੋ ਹੀ ਜਾਂਦਾ ਹੈ। ਬਿਲਕੁਲ। ਤੇ ਇਹਦੇ ਨਾਲ ਹੀ ਇੱਕ ਗੱਲ ਦੱਸ ਦੇਣਾ ਭਾਈ ਦੀ ਰਣਜੀਤ ਦੀ ਖੂਬੀ ਦਾ ਬਾਰ-ਬਾਰ ਭਾਜੀ ਕਹਿ ਰਹੇ ਕਿ ਸਾਡੇ ਤੋਂ ਸੀਨੀਅਰ ਆ। ਆਫ ਕੋਰਸ ਰਣਜੀਤ ਦੀ ਖੂਬੀ ਇਹ ਆ ਕਿ ਪੋਇਮ ਲਿਖਦੇ ਆ ਪਰ ਔਨ ਦਾ ਸਪੋਟ, ਬੇਸਡ ਔਨ ਸਿਚੁਏਸ਼ਨ, ਵਰਡਸ। ਫੋਰ ਐਗਜ਼ਾਮਪਲ ਕਿ ਤੁਸੀਂ ਸਾਰੇ ਯਾਰ ਦੋਸਤ ਬੈਠੇ ਆ, ਹਾਂਜੀ, ਕੋਈ ਉਹ ਸਿਚੁਏਸ਼ਨ ਨੂੰ ਆਪਣੇ ਦਿਮਾਗ 'ਚ ਪਾ ਕੇ ਨਾ। ਪੋਇਟ ਦੀ ਬੜੀ ਡੂੰਘੀ ਸੋਚ ਹੁੰਦੀ ਹੈ, ਸਾਨੂੰ ਇੰਨਾ ਡੂੰਘਾ ਪਤਾ ਤਾਂ ਨਹੀਂ ਹੈ, ਫਿਰ ਵੀ ਆਪਾਂ ਥੋੜਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਬਾਰੇ। ਤੇ ਕਰਦੇ ਆ ਫਿਰ ਸ਼ੁਰੂ। ਪਰ ਇੱਕ ਗੱਲ ਤੂੰ ਚੇਤਾ ਭੁੱਲ ਗਿਆ। ਕਿਹੜੀ? ਵਰਡਸ ਤੂੰ ਕਹਿ ਤੇ ਕੁੜੀ ਦਾ ਨਾਮ ਹੀ ਦੱਸ ਦੇ, ਤੂੰ ਉੱਤੇ ਵੀ ਲਿਖ ਦਿੰਦੇ ਨੇ। ਓਹ ਦੇਖੋ, ਇਹ ਉਹ ਹੀ ਦੱਸੋਗੇ, ਆਪਾਂ ਨਹੀਂ ਦੱਸ ਸਕਦੇ। ਜੇ ਆਪਾਂ ਦੱਸਿਆ ਹਾਂ ਘਰ ਦੇ ਕੁਝ ਕਹਿ ਸਕਦੇ, ਫਿਰ ਕਰਨਾ ਵੀ ਜ਼ਰੂਰੀ ਆ। ਤੇ ਅਗਲੀ ਇੰਟਰਵਿਊ ਸ਼ੁਰੂ ਕਰਾਂਗੇ ਸ਼ਬਦ ਪਹਿਲੀ ਵਾਰ ਤੋਂ। ਵਾਹ, ਪਹਿਲੀ ਵਾਰ ਸ਼ਬਦ ਬਹੁਤ ਹੀ ਖਤਰਨਾਕ ਸ਼ਬਦ। ਬਿਲਕੁਲ। ਪਹਿਲੀ ਵਾਰ ਸ਼ਬਦ ਨਾਲ ਬਹੁਤ ਹੀ ਜ਼ਿਆਦਾ ਜੁੜੀਆਂ ਬੰਦੇ ਦੀਆਂ। ਪਹਿਲੀ ਵਾਰ ਸਕੂਲ ਜਾਣਾ, ਪਹਿਲਾ ਦਿਨ ਕਾਲਜ ਦਾ, ਤੇ ਪਹਿਲੀ ਵਾਰ ਸਪਲੀ ਦਾ ਆਣਾ ਵੀ, ਪਹਿਲਾ ਪਿਆਰ ਵੀ। ਫਿਰ ਇਹ ਤਾਂ ਹੈ ਹੀ ਹੈ। ਤੇ ਇਹਦੀਆਂ ਪਿਆਰ ਦੀ ਵੀ ਗੱਲ ਕਰਾਂਗੇ, ਪਰ ਪਹਿਲਾਂ ਜਾਣਦੇ ਆ ਰਣਜੀਤ ਵੱਲੋਂ ਲਿਖੀ ਹੋਈ ਪਹਿਲੀ ਪੋਇਮ ਬਾਰੇ। ਕਿੱਦਾਂ ਲਿਖਣਾ ਸ਼ੁਰੂ ਕੀਤਾ, ਕੀ ਇੰਸਪੀਰੇਸ਼ਨ ਸੀ ਤੁਹਾਡੀ? ਜੇ ਦੇਖਿਆ ਜਾਵੇ ਤਾਂ ਮੈਂ ਜਦ ਇੱਥੇ ਆਇਆ, ਕੈਨੇਡਾ ਆਇਆ, ਤੇ ਸ਼ੁਰੂ ਤੇ ਉਹੀ ਨਾਰਮਲ ਜਿੱਦਾਂ ਸਾਨੂੰ ਰਿਅਲਾਈਜ਼ ਹੋਇਆ ਕਿ ਹਾਂ ਟੋਟਲੀ ਡਿਫਰੈਂਟ ਇਨਵਾਇਰਨਮੈਂਟ ਹੈ ਇਹ। ਤੇ ਮੈਂ ਸਾਰਿਆਂ ਨਾਲ ਕੋਸ਼ਿਸ਼ ਕੀਤੀ ਹਾਂ ਬਈ ਫਰੈਂਡਸ਼ਿਪ ਕਰਾਂ ਹੈ ਸਾਰਿਆਂ ਨਾਲ, ਕਿਉਂਕਿ ਮੈਨੂੰ ਘੁਲਣ ਮਿਲਣ ਦਾ ਬੜਾ ਸ਼ੌਂਕ ਹੈ ਸਾਰਿਆਂ ਦੇ ਨਾਲ। ਹਾਂਜੀ, ਮੈਂ ਦੂਜਿਆਂ ਨਾਲ ਗੱਲਾਂ ਕਰਕੇ ਖੁਸ਼ੀ ਹੁੰਦੀ ਮੈਨੂੰ। ਤੇ ਉਸ ਤੋਂ ਬਾਅਦ ਫਿਰ ਦੇਖਿਆ ਜਾਵੇ ਤਾਂ ਬੈਕ ਹੋਮ ਲਾਈਫ 'ਚ ਕਦੀ ਕੋਈ ਸੱਚ ਕਹਾਂ ਤਾਂ ਕਦੀ ਕੋਈ ਪਸੰਦ ਆਇਆ ਕਿਉਂਕਿ ਸ਼ੁਰੂ ਤੋਂ ਹੀ ਇੱਕ ਤਰ੍ਹਾਂ ਦੇ ਕਹਿੰਦੇ ਨਾ ਕਿ ਹਾਂ ਮੈਂਟੈਲਿਟੀ ਉੱਦਾਂ ਦੀ ਸੀਗੀ ਕਿ ਮੈਂ ਗਰੋ ਅਪ ਹੋਇਆ ਉੱਦਾਂ ਦੇ ਇਨਵਾਇਰਨਮੈਂਟ 'ਚ, ਕਿ ਜਿੱਦਾਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਕਿ ਡਿਫੈਂਸ ਫੋਰਸਿਸ ਕਰਕੇ ਇਨਵਾਇਰਨਮੈਂਟ 'ਚ ਗਰੋ ਅਪ ਹੋਇਆ, ਤਾਂ ਸ਼ੁਰੂ ਤੋਂ ਫੋਕਸ ਉੱਧਰ ਸੀਗਾ। ਤਾਂ ਕਦੀ ਯਾਨੀ ਕਿ ਇਦਾਂ ਦਾ ਮਨ 'ਚ ਨਹੀਂ ਆਇਆ ਕਿ ਹਾਂ ਕੋਈ ਪਸੰਦ ਆ ਸਕਦਾ। ਹਾਂ, ਕ੍ਰਸ਼ ਕਈ ਵਾਰ ਹੁੰਦਾ ਹੈ, ਇਵਨ ਟੀਚਰਸ 'ਚ ਕ੍ਰਸ਼ ਹੁੰਦਾ ਹੈ। ਸਟਿਕ ਟੂ ਦਾ ਪੁਆਇੰਟ। ਹਾਂਜੀ, ਇਹ ਰਿਹਾ ਪਤਾ।
ਬਸ ਉਸ ਤੋਂ ਬਾਅਦ ਫਿਰ ਇੱਥੇ ਆਇਆ ਪਹਿਲੀ ਵਾਰ ਤੇ ਹਾਂ ਲਾਈਫ ਪਹਿਲੀ ਵਾਰ ਐ ਲੱਗਿਆ ਕਿ ਹਾਂ ਵੀ ਇਹ ਬੰਦਾ ਥੋੜਾ ਹਟ ਕੇ ਆ ਤੇ ਕੋਈ ਪਸੰਦ ਆਇਆ ਤੇ ਉਹਦੇ ਬਾਰੇ ਸੋਚ ਰਿਹਾ ਸੀਗਾ ਇੱਕ ਜਨਰਲੀ ਇੱਕ ਫੀਲਿੰਗ ਜਨਰੇਟ ਹੁੰਦੀ ਜਿੱਦਾਂ ਨਾ ਅੰਦਰੋਂ ਤਾਂ ਉਹਦੇ ਮਨ ਚ ਆਇਆ ਤੇ ਫਿਰ ਮੈਨੂੰ ਲੱਗਾ ਵੀ ਹਾਂ ਵੀ ਇਹਦੇ ਲਈ ਮੈਨੂੰ ਇਹ ਫੀਲ ਹੁੰਦਾ ਆ ਤੇ ਉਸ ਲਈ ਮੈਂ ਲਿਖੀ ਸੀ ਸਿਰਫ 2 ਹੀ ਲਾਈਨਾਂ ਲਿਖੀ ਸੀ, ਜ਼ਿਆਦਾ ਨਹੀਂ। ਮੈਂ ਲਿਖਿਆ ਸੀਗਾ ਕਿ ਤੂੰ ਜਿੱਥੇ ਜਿੱਥੇ ਜਾਵੇਂ ਤੇਰਾ ਸਾਇਆ ਬਣ ਘੁੰਮਦਾ ਰਵਾਂ, ਤੂੰ ਗੱਲਾਂ ਕਰਦੀ ਰਵੇਂ ਤੇ ਮੈਂ ਬਸ ਸੁਣਦਾ ਰਵਾਂ। ਵਾਹ ਕੀ ਬਾਤ ਹੈ। ਹਾਂਜੀ ਤੇ ਗੱਲ ਮੁੱਕੀ ਹੈ ਜੀ, ਕਹਿੰਦੇ ਨੇ ਇਸ਼ਕ ਤੇ ਆ ਗਏ। ਇਸ਼ਕ ਤਾਂ ਜ਼ਰੂਰੀ ਹੈ ਹੀ ਬੰਦੇ ਦੀ ਲਾਈਫ 'ਚ, ਪਰ ਕਹਿੰਦੇ ਗੁਰੂ ਬਿਨਾਂ ਵੀ ਗੱਤ ਨਹੀਂ। ਤੇ ਉਹ ਆਪਣਾ ਪੰਜਾਬੀ ਦਾ ਹੈਗਾ ਆਪਣਾ ਸ਼ਾਇਰ, ਤੇ ਉਹਨੇ ਕਿਹਾ ਹੈ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਬਹੁਤ ਹੀ ਸੋਹਣੀ ਲਾਈਨ ਆ। ਤੇ ਹੁਣ ਆਪਾਂ ਭਾਈ ਬਾਰੇ ਜਾਣਨ ਕਰਾਂਗੇ ਕਿ ਇਹਨਾਂ ਦੀ ਇਨਸਪੀਰੇਸ਼ਨ ਕੀ ਹੈ, ਕਿਹਨੂੰ ਪੜ੍ਹਦੇ ਨੇ, ਕੋਈ ਕਿਤਾਬ ਚੋਂ ਪੜ੍ਹਿਆ ਤੇ ਕਿੱਦਾਂ ਸ਼ੁਰੂ ਹੋਇਆ ਸਭ ਕੁਝ। ਜੇ ਦੇਖਿਆ ਜਾਵੇ ਤਾਂ ਮੈਂ ਜਨਰਲੀ ਨਾ ਰਾਈਟਰ ਬਾਰੇ ਮੇਰੀ ਇੰਨੀ ਕੋਈ ਓਪੀਨੀਅਨ ਸੀਗੀ ਨਹੀਂ, ਕਿਉਂਕਿ ਲਿਖਣ ਪੜ੍ਹਨ ਦਾ ਕਦੇ ਸ਼ੌਂਕ ਸੀਗਾ ਨਹੀਂ ਇੰਨਾ। ਤੇ ਬਟ ਫਿਰ ਇੱਕ ਵਾਰ ਜਨਰਲੀ ਜਿੱਦਾਂ ਮੈਂ ਇੱਕ ਪੋਇਮ ਸੁਣੀ ਸੀਗੀ, ਅਵਤਾਰ ਸਿੰਘ ਸੰਧੂ ਉਹਨਾਂ ਦਾ ਨਾਮ ਹੈ, ਬਟ ਉਹਨਾਂ ਦਾ ਪੋਇਟਿਕ ਨਾਮ ਹੈ ਪਾਸ਼। ਬਹੁਤ ਘੱਟ ਲੋਕ ਜਾਣਦੇ ਉਹਨਾਂ ਦੇ ਬਾਰੇ, ਬਹੁਤ ਘੱਟ ਲੋਕ ਜਾਣਦੇ ਨੇ। ਤੇ ਉਹਨਾਂ ਦੀ ਇੱਕ ਬਹੁਤ ਸੋਹਣੀ ਪੋਇਮ ਸੀਗੀ, ਸਭ ਤੋਂ ਖਤਰਨਾਕ ਕੀ ਹੁੰਦਾ। ਉਹ ਬੱਲੇ। ਤੇ ਉਹ ਮੈਂ ਸੌਰੀ ਟੂ ਮੈਨੂੰ ਲੱਗਦਾ ਪਹਿਲੀ ਵਾਰ ਸ਼ਬਦ ਹੀ ਸਭ ਤੋਂ ਖਤਰਨਾਕ ਹੁੰਦਾ। ਹਾਂਜੀ। ਤੇ ਉਹ ਪੋਇਮ ਯਾਨੀ ਕਿ ਇੰਨੀ ਇਨ ਡੈਪਥ ਸੀਗੀ ਤੇ ਜੇ ਤੁਸੀਂ ਉਹਨੂੰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗਣਾ ਕਿ ਹਾਂ ਵੀ ਛੋਟੀ ਛੋਟੀ ਚੀਜ਼ਾਂ ਜ਼ਿੰਦਗੀ 'ਚ ਮਾਇਨੇ ਰੱਖਦੀਆਂ ਆ। ਤੇ ਈਵਨ ਜਿੱਦਾਂ ਆਪਾਂ ਕਹਿ ਦਈਏ ਕਿ ਹਾਂ ਅਸੀਂ ਸਾਡੇ ਲਈ ਅਹਿਮੀਅਤ ਹੈ ਦੋਸਤਾਂ ਦੀ। ਜੇ ਆਪਾਂ ਕਹੀਏ ਕਿ ਮੈਂ ਇਕੱਲਾ ਰਹਿ ਕੇ ਖੁਸ਼ ਹੋ ਸਕਦਾ, ਤੁਸੀਂ ਕਿੰਨੇ ਚਿਰ ਇਕੱਲੇ ਰਹਿ ਕੇ ਖੁਸ਼ ਰਹੋਗੇ? ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ। ਬਿਲਕੁਲ ਸਹੀ। ਹਾਂਜੀ। ਤੇ ਇਹ ਗੱਲਾਂ ਆਇਆ ਤੇ ਉਹ ਬਹੁਤ ਇਨ ਡੈਪਥ ਪੋਇਮ ਸੀਗੀ। ਜੇ ਤੁਸੀਂ ਇੱਕ ਵਾਰ ਸੁਣੋਗੇ ਤਾਂ ਮੈਨੂੰ ਡੈਫੀਨਿਟਲੀ ਯਕੀਨ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਜ਼ਰੂਰ। ਹਾਂ ਤੇ ਗਾਇਸ ਪਲੀਜ਼ ਸੁਣ ਕੇ ਇਹ ਸੁਣਿਓ ਜ਼ਰੂਰ ਕਵਿਤਾ ਤੁਸੀਂ, ਜਾਂ ਰੀਡ ਕਰਿਓ ਜਿੱਥੇ ਵੀ ਤੁਹਾਨੂੰ ਪਾਸ਼ ਦੀ ਬੁੱਕ ਮਿਲਦੀ ਹੈ, ਤਾਂ ਅਸੀਂ ਵੀ ਜ਼ਰੂਰ ਕਰਾਂਗੇ। ਤੇ ਜਿੱਦਾਂ ਤੁਸੀਂ ਹਿੰਦੀ 'ਚ ਲਿਖਦੇ ਆ ਤੇ ਸਾਨੂੰ ਅਸੰਪਸ਼ਨ ਹੋਈ ਹੈ ਕਿ ਹਿੰਦੀ 'ਚ ਹੀ ਲਿਖਦੇ ਆ ਤੁਸੀਂ, ਜੇ ਤੁਹਾਡਾ ਤੁਸੀਂ ਕਰੋ ਤੇ ਉਤੋਂ ਬਿਲਕੁਲ। ਤੇ ਤੁਸੀਂ ਦੱਸਿਆ ਕਿ ਇੱਕ ਮੈਂ ਪੋਇਮ ਵੀ ਲਿਖੀ ਆਪਣਾ ਫੌਜੀ ਐਂਡ ਇੱਧਰ ਨੂੰ ਜਾਣ ਦਾ ਪਿਆਰ ਹੀ ਤੁਸੀਂ ਕਵਿਤਾ ਦੇ ਵਿੱਚ ਜ਼ਾਹਰ ਕੀਤਾ। ਤੇ ਸਾਨੂੰ ਅਸੀਂ ਉਹ ਸੁਣਨ ਲਈ ਬਹੁਤ ਵਿਤਾਵਾਂ ਹਾਂ ਕਿ ਸਾਰੇ ਲੋਕ ਵੀ, ਸਾਡੀ ਪਬਲਿਕ ਵੀ ਨਾ ਸੋਚੇ ਨਾ ਕਿ ਹਾਂ ਬਈ ਗੱਲਾਂ ਹੀ ਕਰੀ ਜਾਂਦੇ, ਕਵਿਤਾ ਕੋਈ ਸੁਣਾਉਣ ਵਾਲੀ ਵਧੀਆ ਜੀ। ਅਸਲ 'ਚ ਗੱਲ ਇਹ ਹੈ ਕਿ ਕਹਿੰਦੇ ਫੌਜੀ ਤੇ ਸ਼ਾਇਰੀ ਦਾ ਬਹੁਤ ਡੈਡਲੀ ਕੰਬੀਨੇਸ਼ਨ ਹੋ ਚੁੱਕਿਆ। ਬਿਲਕੁਲ ਹਾਂ। ਤੇ ਉਹ ਫਿਰ ਸੁਣਨਾ ਬਣਦਾ ਹੈ। ਬਿਲਕੁਲ। ਤੇ ਹੁਣ ਆਪਾਂ ਸਾਨੂੰ ਪਲੀਜ਼ ਉਹ ਸੁਣਾਓ। ਜਿਵੇਂ ਤੁਸੀਂ ਜਾਣਦੇ ਹੋ, ਮੈਂ ਥੋੜੇ ਟਾਈਮ ਪਹਿਲੇ ਹੀ ਕਹਿ ਚੁੱਕਿਆ ਕਿ ਜਦੋਂ ਮੇਰੇ ਫਾਦਰ ਸਾਹਿਬ ਸਰਵਿਸ 'ਚ ਸੀਗੇ ਤੇ ਮੇਰੀ ਸਕੂਲਿੰਗ ਉਹਨਾਂ ਦੇ ਨਾਲ ਰਹਿ ਕੇ ਹੋਈ ਆ। ਤੇ ਥੋੜਾ ਮੇਰੀ ਲਿਖਤ 'ਚ ਥੋੜਾ ਬਹੁਤਾ ਹਿੰਦੀ ਟੱਚ ਆਉਂਦਾ ਹੈ ਤੇ ਮੈਂ ਇਹ ਪੋਇਮ ਵੀ ਹਿੰਦੀ 'ਚ ਲਿਖੀ ਹੋਈ ਆ। ਤੇ पोयम कुछ इस प्रकार में। एक हिस्सा है मुझ में उस फौज का जिसका कोई धर्म नहीं और जिसमें कोई अधर्म नहीं, जो बांटती नहीं किसी जात में, न कम न ज्यादा प्रपात में, जिसमें होना एक गरूर है, कंधों पर चमकते सितारों का अपना सरूर है। कोशिश की इस वर्दी को पाने की, ना फिक्र की दिन रात ना जमाने की, तो क्या हुआ जो मैं इसका हिस्सा नहीं, पर मेरे लिए ये कोई बीता हुआ किस्सा नहीं। खुदा बख्शे अगर एक जिंदगी और मुझे, पूरी शिद्दत से कोशिश करूंगा पाने की इसे। That's it. Thank you. ਵਾਓ, ਬਹੁਤ ਹੀ ਸੋਹਣੀ ਪੋਇਮ ਆ। ਪਰ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਵਾਰ ਦੀਆਂ। ਪਹਿਲੀ ਵਾਰ ਸ਼ਬਦ ਬਹੁਤ ਖਤਰਨਾਕ ਆ, ਥੋੜੀ ਖਤਰਨਾਕ ਗੱਲਾਂ ਕਰਾਂਗੇ ਤੇ ਪੁੱਛਾਂਗੇ ਕੁਝ ਕੁਐਸਚਨ। ਹਾਂਜੀ, ਪਹਿਲੀ ਵਾਰ ਯਾਦ ਆ ਮੰਮੀ ਤੋਂ ਕੁੱਟ ਕਦੋਂ ਪਈ ਸੀ? ਸੀਨ ਐਦਾਂ ਦਾ ਕੁਛ ਯਾਦ ਨਹੀਂ, ਬਟ ਕੁੱਟ ਖਾਦੀ ਬਹੁਤ ਵਾਰਿਆ ਮੈਂ। ਓਹੋ, ਮੈਂ ਨਿੱਕੇ ਹੁੰਦੇ ਤੋਂ ਕੁੱਟ ਖਾਂਦਾ ਆ ਰਿਹਾ। ਥੋੜਾ ਸ਼ਰਾਰਤੀ ਹੁੰਦਾ ਸੀਗਾ। ਹਾਂ ਹਾਂਜੀ, ਕਈ ਵੇਲੇ ਖੇਲਣ ਚੱਲ ਜਾਣਾ, ਘਰਦਿਆਂ ਨੇ ਕਹਿਣਾ ਕਿ ਇੰਨੀ ਛੇਤੀ ਆ ਜਿਓ, ਨਹੀਂ ਆ ਹੁੰਦਾ ਸੀਗਾ। ਫਿਰ ਮੰਮਾ ਪਹੁੰਚ ਜਾਂਦੇ ਸੀਗੇ ਫੀਲਡ 'ਚ, ਤੇ ਉਹ ਲੈ ਕੇ ਆਉਂਦੇ ਸੀ ਕੁੱਟਦੇ ਫਿਰ ਉਹ ਲੈ ਕੇ ਆਉਂਦੇ ਸੀ, ਫਿਰ ਉਹ ਸਾਡੇ ਨਾਲ ਖੇਲਦੇ ਸੀ ਕੁੱਟ ਕੇ। ਥਾਪੀ ਨਾਲ ਕੁੱਟਦੇ ਸੀ ਜਾਂ ਹੱਥਾਂ ਨਾਲ? ਕਈ ਵੇਲੇ ਜੋ ਹੱਥ ਆਏ। ਚੱਪਲ ਸੁੱਟ ਕੇ ਮਾਰਦੇ ਸੀ, ਜੇ ਹੱਥ ਨਹੀਂ ਆਏ ਫਿਰ ਘਰ ਆ ਕੇ ਡੰਡੇ ਨਾਲ, ਜਿੱਦਾਂ ਵੀ। ਮੇਰੇ ਵੀ ਬਹੁਤ ਪਈਆਂ, ਤੇਰੇ ਪਈਆਂ? ਮੈਂ ਪੰਜਾਬ 'ਚ ਹੀ ਜੰਮਿਆ ਨਾ। ਨਹੀਂ, ਸਹੀ ਹੈ ਸਹੀ ਹੈ ਸਹੀ ਹੈ। ਤੇ ਅੱਗੇ ਗੱਲ ਕਰਾਂਗੇ, ਕਦੀ ਚੋਰੀ ਕੀਤੀ ਬਚਪਨ 'ਚ? ਛੋਟੀ ਮੋਟੀ ਟੋਫੀ ਦੀ? ਹਾਂਜੀ, ਐਦਾਂ ਦੀ ਛੋਟੀ ਮੋਟੀ ਤਾਂ ਕਾਫੀਆਂ ਕੀਤੀਆਂ ਹੋਈਆਂ। ਹੁਣ ਸਪੋਜ਼ ਕਰੋ ਜੇ ਕੋਈ ਕੈਰੀਅਰ ਬਣਾਉਣਾ ਹੋਵੇ ਨਹੀਂ ਐਨਾ ਵੀ ਸੀਰੀਅਸ ਨਹੀਂ ਸੀਗਾ। ਠੀਕ ਆ। ਹਾਂਜੀ, ਮੈਨੂੰ ਯਾਦ ਆ, ਮੈਂ ਇੱਕ ਵਾਰ ਚੋਰੀ ਕੀਤੀ ਸੀ 5 ਰੁਪਏ ਦੀ ਮੰਮੀ ਦਾ ਪਰਸ, ਤੇ ਮੈਂ ਇਹ 'ਚ ਹੈਗੀ ਆ 5 ਰੁਪਏ ਲੱਭੇ, ਮੈਂ ਚੱਕ ਕੇ ਦੌੜ ਗਿਆ। ਪਰ ਬਾਅਦ 'ਚ ਮੇਰਾ ਪਹਿਲਾ ਕੁਐਸਚਨ ਹੀ ਮੇਰੇ ਤੇ ਆ ਗਿਆ ਸੀ। ਓਕੇ। ਪਰ ਮੇਰਾ ਹੀ ਗੱਲ ਕਿ ਸਾਡੇ ਨਾਲ ਜਨਰਲੀ ਪੰਜਾਬ 'ਚ ਨਾ ਪੇਟੀਆਂ ਥੱਲੇ ਪੈਸੇ ਰੱਖ ਦਿੰਦੇ ਤੇ ਅੱਜ ਤੱਕ ਘਰਦਿਆਂ ਨੂੰ ਪਤਾ ਨਹੀਂ ਲੱਗਾ ਪੇਟੀਆਂ ਥੱਲੇ ਪੈਸੇ ਕਿੱਧਰ ਜਾਂਦੇ। ਤੀਜਾ ਕੁਐਸਚਨ, ਹਾਂਜੀ, ਦਾਰੂ ਪੀਂਦੇ ਤੁਸੀਂ? ਓਕੇਸ਼ਨਲੀ। ਓਕੇਸ਼ਨਲੀ। ਹਾਂਜੀ,
ਤੇ ਉਹ ਪਲ ਦੱਸੋ ਫਿਰ ਜਦੋਂ ਦਾਰੂ ਪੀਤੀ ਤੁਸੀਂ ਕਿਸ ਦੀ ਯਾਦ ਵਿੱਚ ਪਹਿਲੀ ਵਾਰ? ਐਕਚੁਅਲੀ ਓਨੈਸਟਲੀ ਕਹਾਂ ਤੇ ਮੈਂ ਲਾਈਫ 'ਚ ਪਹਿਲਾਂ ਕਦੀ ਡਰਿੰਕ ਨਹੀਂ ਕੀਤੀ ਸੀ, ਉਹ ਨਾ ਕਦੀ ਡਰਿੰਕ ਕੀਤੀ, ਨਾ ਸਮੋਕ, ਨਥਿੰਗ। ਓਕੇ ਸਮੋਕ ਕਰਦੇ? ਕੁਝ ਨਹੀਂ ਕਰਦਾ ਸੀ। ਅੱਛਾ ਹੁਣ ਕਰਦੇ? ਨਹੀਂ, ਹਜੇ ਵੀ ਨਹੀਂ ਹਾਂ ਕਰਦਾ। ਠੀਕ ਹੈ। ਤੇ ਐਕਚੁਅਲੀ ਕੀ ਹੋਇਆ ਕਿ ਜਦ ਮੈਂ ਕੈਨੇਡਾ ਆਇਆ ਤੇ ਮੈਂ ਮਈ 'ਚ ਆਇਆ ਸੀਗਾ ਇੱਥੇ। ਤੇ ਨੈਕਸਟ ਡੇ ਜਦ ਮੇਰਾ ਵੈਰੀ ਫਰਸਟ ਬਰਥਡੇ ਆਇਆ ਮਾਰਚ 'ਚ, ਤੇ ਉਸ ਟਾਈਮ ਹਾਂਜੀ ਥੋੜੀ ਜਿਹੀ ਯਾਨੀ ਕਿ ਜੈਸੇ ਟਰਾਈ ਕੀਤੀ ਸੀ, ਉਹ ਵੀ ਯਾਰਾਂ ਦੋਸਤਾਂ ਨੇ ਥੋੜਾ ਜਿਹਾ ਫੋਰਸ ਕੀਤਾ ਤੇ ਉਸ ਲਈ ਥੋੜੀ ਬਹੁਤੀ ਟਰਾਈ ਕੀਤੀ ਸੀ, ਬਟ ਉਹ ਕੁਝ ਇਦਾਂ ਨਹੀਂ ਸੀਗਾ ਸ਼ੋਰਟ ਕਿ ਹਾਂ ਵੀ ਮੈਂ ਕਰਨੀ ਆ। ਮੈਂ ਇਹਨਾਂ ਲਾਈਕ ਨਹੀਂ ਕੀਤਾ। ਫਿਰ ਇੱਕ ਵਾਰ ਉਸ ਤੋਂ ਬਾਅਦ ਇੱਕ ਵਾਰ ਛੋਟਾ ਜਿਹਾ ਕਿਸੇ ਨਾਲ ਆਰਗੂਮੈਂਟ ਹੋਇਆ ਸੀਗਾ। ਉਹ ਹਾਂਜੀ, ਤੇ ਉਸ ਲਈ ਪਹਿਲੀ ਵਾਰ ਇਹ ਕਹਿ ਸਕਦੇ ਕਿ ਉਸ ਲਈ ਪਹਿਲੀ ਵਾਰ ਮੈਂ ਡਰਿੰਕ ਕੀਤੀ ਸੀ। ਓਕੇ ਓਕੇ। ਲਾਸਟ ਟਾਈਮ ਕਦੋਂ ਡਰਿੰਕ ਕੀਤੀ? ਲਾਸਟ ਟਾਈਮ ਕਹਿ ਸਕਦੇ ਹਾਂ 3 ਵੀਕਸ ਬੈਕ। ਉਦੋਂ ਵੀ ਆਰਗੂਮੈਂਟ ਹੋਏਗਾ, ਉਹ ਸ਼ੌਂਕ ਨਾਲ ਕੀਤੀ। ਹਾਂਜੀ, ਉਹ ਤਾਂ ਜਿੱਦਾਂ ਹੋ ਜਾਂਦਾ ਕਈ ਵੇਲੇ ਯਾਰਾਂ ਦੋਸਤਾਂ ਦੇ ਵਿੱਚ ਬੈਠ ਕੇ। ਅਗਲੀ ਵਾਰ ਕਦੋਂ ਵੀ ਨਹੀਂ ਹੋਣੀ? ਜਦੋਂ ਆਰਗੂਮੈਂਟ ਹੋਏ ਕੁਝ ਡਿਸਾਈਡਡ ਨਹੀਂ। ਹਾਂਜੀ, ਇਹ ਤਾਂ ਪ੍ਰੀ ਪਲਾਨ ਨਹੀਂ ਹੁੰਦਾ ਨਾ। ਹਾਂਜੀ ਠੀਕ ਹੈ ਠੀਕ ਹੈ। ਹਾਂਜੀ ਤੇ ਅੱਗੇ ਆਪਾਂ ਹੁਣ ਸਾਡੀ ਯਾਦ ਜੁੜੀ ਹੁੰਦੀ ਜਦੋਂ ਬੰਦਾ ਫੈਕਟਰੀ 'ਚ ਜਾਂਦਾ ਇੱਥੇ ਕੰਮ ਕਰਨ, ਹਾਂਜੀ ਉਹ ਕਿੱਸੇ ਜੁੜੇ ਹੁੰਦੇ ਆ। ਤੇ ਆਪਣੀ ਜੋਬ ਦੀ ਦੱਸੋ ਕੋਈ ਘਟਨਾ ਪਹਿਲੀ ਵਾਰ ਜਦੋਂ ਗਏ। ਹਾਂਜੀ, ਮੈਨੂੰ ਯਾਦ ਹੈ ਕਿ ਜਦ ਮੈਂ ਇੱਥੇ ਫਸਟ ਟਾਈਮ ਆਇਆ ਤੇ ਇਨੀਸ਼ੀਅਲੀ ਜਦੋਂ ਮੈਂ ਆਪਣੇ ਬ੍ਰਦਰ ਕੋਲ ਰੁਕਿਆ ਹੋਇਆ ਸੀਗਾ ਤੇ ਉਸ ਲਈ ਤਾਂ ਮੈਂ ਜੌਬ ਵਗੈਰਾ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਮੈਨੂੰ ਕੁਝ ਕੰਮ ਕਰਨ ਦਾ ਲੋੜ ਪਈ ਨਹੀਂ ਸੀਗੀ, ਹੈ ਨਾ। ਬ੍ਰਦਰ ਹੀ ਹੈਂਡਲ ਕਰਦਾ ਸੀ ਸਭ ਕੁਝ। ਤੇ ਉਸ ਤੋਂ ਬਾਅਦ ਜਦ ਮੈਂ ਮੂਵ ਕੀਤਾ ਬ੍ਰਦਰ ਤੋਂ, ਤੇ ਉਸ ਤੋਂ ਬਾਅਦ ਫਿਰ ਮੈਂ ਸਭ ਤੋਂ ਪਹਿਲੀ ਜੌਬ ਮਿਲੀ ਮੈਨੂੰ ਡੋਮਿਨੋਜ਼ 'ਚ। ਤੇ ਉਹ ਸੀਗੀ ਈਟੋਬੀਕੋ। ਮੈਨੂੰ ਕਾਫੀ ਟਾਈਮ ਲੱਗਦਾ ਸੀ ਉੱਥੇ ਪਹੁੰਚਣ 'ਚ। ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਮੈਨੂੰ, ਜਿੱਦਾਂ ਤੁਸੀਂ ਕਹਿੰਦੇ ਆ ਕਿ ਸਟਾਰਟਰ ਹੁੰਦਾ ਨਾ ਜਿਹੜਾ, ਯਾਨੀ ਕਿ ਬੰਦਾ ਹਾਂਜੀ ਨਵਾਂ ਆ, ਉਹਨੂੰ ਸਭ ਤੋਂ ਪਹਿਲਾਂ ਇਹ ਕੰਮਾਂ 'ਚ ਪਾਓ। ਤੇ ਮੈਂ ਸਭ ਤੋਂ ਪਹਿਲਾਂ ਉੱਥੇ ਕਲੀਨਿੰਗ ਕੀਤੀ, ਮੈਂ ਭਾਂਡੇ ਧੁੱਤੇ। ਤੇ ਉਹ ਲਾਈਫ 'ਚ ਯਾਨੀ ਕਿ ਪਹਿਲਾ ਐਕਸਪੀਰੀਅੰਸ ਸੀਗਾ ਮੇਰਾ ਇੱਦਾਂ ਦਾ। ਓਨੈਸਟਲੀ ਸਪੀਕਿੰਗ ਮੈਂ ਇੰਜੋਏ ਵੀ ਕੀਤਾ ਇਸ ਚੀਜ਼ ਨੂੰ, ਇਹ ਨਹੀਂ ਕਿ ਮੈਂ ਉਸ ਚੀਜ਼ ਨੂੰ ਨਫ਼ਰਤ ਕਰਦਾ। ਨਹੀਂ, ਕੰਮ ਛੋਟਾ ਵੱਡਾ ਤਾਂ ਹੁੰਦਾ ਨਹੀਂ ਨਾ। ਤੇ ਹਾਂ, ਮੈਨੂੰ ਰਿਅਲਾਈਜ਼ ਹੋਇਆ ਕਿ ਹਾਂ ਵੀ ਇੱਥੇ ਵੀ ਦੁਨੀਆ ਵਸਦੀ ਹੈ, ਹਨਾ। ਇੱਥੇ ਵੀ ਸਟਰਗਲ ਹੁੰਦੀ ਹੈ। ਸਟਰਗਲ ਨਹੀਂ ਕਹੂੰਗਾ, ਇੱਕ ਐਕਸਪੀਰੀਅੰਸ ਕਹੂੰਗਾ ਲਾਈਫ ਦਾ। ਹਾਂਜੀ, ਜੋ ਸਿਖਾਉਂਦਾ ਤੁਹਾਨੂੰ ਕਾਫੀ ਕੁਝ। ਨਹੀਂ, ਇਹ ਗੱਲ ਸਹੀ ਹੈ। ਹਾਂਜੀ, ਹੁਣ ਲਾਸਟ ਕੁਐਸਚਨ ਪੁੱਛਾਂਗੇ ਤੁਹਾਨੂੰ ਤੁਹਾਡੀ ਬ੍ਰਿਲੀਅੰਸੀ ਤੇ। ਪੁੱਛੋ। ਹਾਂ, ਤੁਸੀਂ ਬ੍ਰਿਲੀਅੰਟ ਸਟੂਡੈਂਟ ਰਹੇ ਹੀ ਲੱਗਦਾ ਮੈਨੂੰ ਕਿ ਕੋਆਪ ਵੀ ਕੀਤੀ, ਜਦੋਂ ਤੁਸੀਂ ਪਹਿਲਾਂ ਦੱਸਿਆ ਕੋਆਪ ਵੀ ਕੀਤੀ ਹੈ, ਇਹ ਵੀ ਕੀਤਾ। ਕਿੰਨੀਆਂ ਕੁ ਅਸਾਈਨਮੈਂਟਾਂ ਬਣਾਈਆਂ ਕੁੜੀਆਂ ਦੀਆਂ, ਜਾਂ ਕਿੰਨੀਆਂ ਤੋਂ ਬਣਵਾਈਆਂ ਤੁਸੀਂ ਅਸਾਈਨਮੈਂਟਸ? ਦੇਖਿਆ ਜਾਵੇ ਤਾਂ ਮੇਰਾ ਬੈਕਗ੍ਰਾਉਂਡ ਟੈਕਨੀਕਲ ਆ। ਮੇਰਾ ਬੈਕਗ੍ਰਾਉਂਡ ਆ ਆਪਣਾ ਨੈਟਵਰਕਿੰਗ ਦਾ, ਤੇ ਪ੍ਰੋਗਰਾਮਿੰਗ 'ਚ ਮੈਂ ਇੰਨਾ ਸਾਊਂਡ ਨਹੀਂ ਹੈਗਾ। ਤੇ ਜਿੱਥੇ ਪ੍ਰੋਗਰਾਮਿੰਗ ਦੀ ਹੈਲਪ ਪੈਂਦੀ ਸੀਗੀ ਤਾਂ ਮੇਰੇ ਕਾਫੀ ਚੰਗੇ ਦੋਸਤ ਨੇ। ਹਾਂਜੀ, ਵੰਦਨਾ ਇਜ਼ देयर, ਹੈ ਨਾ, ਸੰਦਰਭ, ਹੋਰ ਵੀ ਕਾਫੀ ਦੋਸਤ ਨੇ, ਉਹਨਾਂ ਦੀ ਮੈਂ ਹੈਲਪ ਲੈਂਦਾ ਸੀ, ਨੋ ਡਾਊਟ। ਤੇ ਅਪਾਰਟ ਫਰਮ ਦੈਟ, ਜੇ ਆਪਣਾ ਨੈਟਵਰਕਿੰਗ ਦਾ ਕੁਝ ਹੋਵੇ ਜਾਂ ਫਿਰ ਉੱਦਾਂ ਕੋਈ ਨਾਰਮਲ ਅਸਾਈਨਮੈਂਟ ਹੋਵੇ, ਕੋਈ ਪ੍ਰੈਜੈਂਟੇਸ਼ਨ ਹੋਵੇ, ਤਾਂ ਉਹਦੇ ਵਿੱਚ ਹਾਂਜੀ ਡੈਫੀਨਿਟਲੀ ਮੈਂ ਕੀਤੀ ਹੋਈ ਹੈ ਹੈਲਪ। ਕਾਫੀਆਂ ਦੀ ਕੀਤੀ ਹੈ, ਉਹਨਾਂ ਦੀ ਪ੍ਰੈਜੈਂਟੇਸ਼ਨ ਬਣਾਈ ਵੀ ਆ। ਹਾਂਜੀ, ਉਹਨਾਂ ਨੂੰ ਆਪਣੇ ਗਰੁੱਪ 'ਚ ਵੀ ਰੱਖਿਆ ਕਿ ਹਾਂ ਇੱਕ ਤਰ੍ਹਾਂ ਤੋਂ ਮੈਂ ਉਹਨਾਂ ਨੂੰ ਸੇਫਰ ਸਾਈਡ ਰੱਖ ਲਵਾਂ, ਹੈ ਨਾ, ਉਹ ਐਕਸਪੋਜ਼ ਨਾ ਹੋ ਜਾਵੇ। ਕਈ ਵੇਲੇ ਕੀ ਹੁੰਦਾ ਕਿ ਬੰਦਾ ਟੈਲੈਂਟਡ ਬਹੁਤ ਹੁੰਦਾ, ਬਟ ਉਹ ਇੰਨਾ ਕੌਨਫੀਡੈਂਸ ਗੇਨ ਨਹੀਂ ਕਰ ਪਾਉਂਦਾ ਕਿ ਸਾਰਿਆਂ ਨੂੰ ਰਿਪਰੈਜ਼ੈਂਟ ਕੁਝ ਕਰੇ, ਤਾਂ ਉਹਨਾਂ ਦੀ ਰਿਸਪੌਂਸਿਬਿਲਿਟੀ ਲੈ ਲੈਂਦਾ ਸੀ ਆਪਣੀ। ਨਹੀਂ, ਬਿਲਕੁਲ ਸਹੀ ਗੱਲ ਸਹੀ ਗੱਲ ਹੈ। ਆਖਿਰਕਾਰ ਪੰਜਾਬੀ ਦੇ ਕੰਮ ਆਉਂਦਾ, ਪੁਰਾਣੇ ਦੇਸ਼ ਕਹਿੰਦੇ ਆ। ਇਹ ਸੀਗੀਆਂ ਕੁਝ ਆਪਣੀਆਂ ਹਾਸੇ ਫੁੱਲੇ ਵਾਲੀਆਂ ਗੱਲਾਂ, ਪਹਿਲੀ ਵਾਰ ਦੀਆਂ ਗੱਲਾਂ। ਹੁਣ ਥੋੜਾ ਜਿਹਾ ਸੀਰੀਅਸ ਸਵਾਲ ਪੁੱਛਾਂਗੇ ਕਿ ਮਤਲਬ ਜਦੋਂ ਬੰਦਾ ਕੈਨੇਡਾ ਆ ਗਿਆ, ਤੁਸੀਂ ਸਾਰੀਆਂ ਗੱਲਾਂ ਦੱਸਦੇ ਵੀ ਜੋਬ ਤੇ ਗਏ ਤਾਂ ਕੀਤਾ, ਉਸ ਤੋਂ ਬਾਅਦ ਮਤਲਬ ਕਦੀ ਲੱਗਾ ਹੋਵੇ ਕਿ ਅਕੇਲਾਪਨ ਫੀਲ ਹੋਇਆ ਹੋਵੇ, ਜਿੱਦਾਂ ਇਕੱਲਾਪਨ ਫੀਲ ਹੋਇਆ ਹੋਵੇ ਕਿ ਫੈਮਿਲੀ ਤੋਂ ਦੂਰ ਆ ਗਿਆ, ਕੋਈ ਨਹੀਂ ਹੈਗਾ ਇੱਥੇ, ਇਦਾਂ ਦਾ ਕੋਈ ਫੀਲ ਹੋਇਆ ਕਦੀ? ਹਾਂਜੀ, ਹਜੇ ਵੀ ਕਈ ਵੇਲੇ ਹੁੰਦਾ, ਤੁਹਾਨੂੰ ਸੱਚ ਦੱਸਾਂ ਤਾਂ। ਦੇਖਿਆ ਜਾਵੇ ਤਾਂ ਜਿੱਦਾਂ ਜਦ ਤੱਕ ਭਰਾ ਕੋਲ ਸੀ ਕਦੀ ਫੀਲ ਨਹੀਂ ਹੋਇਆ, ਇਹ ਇਕੱਠੇ ਹਾਸਾ ਮਜ਼ਾਕ ਲੱਗਿਆ ਰਹਿੰਦਾ। ਦੈਨ ਆਫਟਰਵਰਡ ਜਦ ਮੂਵ ਹੋਇਆ ਤੇ ਇਨੀਸ਼ੀਅਲ ਜਿਹੜਾ ਮੇਰਾ ਐਕਸਪੀਰੀਅੰਸ ਸੀਗਾ ਕਾਫੀ ਗੁੱਡ ਸੀਗਾ। ਮੈਨੂੰ ਐਂ ਲੱਗਿਆ ਵੀ ਹਾਂ ਮੇਰੇ ਕਾਫੀ ਦੋਸਤ ਬਣ ਗਏ ਆ, ਹੈ ਨਾ, ਮੈਨੂੰ ਖੁਸ਼ੀ ਹੁੰਦੀ ਸੀ ਨਾਲ ਨਾਲ। ਤੇ ਕਾਫੀ ਮੇਰੇ ਕਾਫੀ ਕਲੋਜ਼ ਫਰੈਂਡ ਬਣ ਗਏ ਜਿਨ੍ਹਾਂ ਨੂੰ ਮੈਂ ਕੰਸੀਡਰ ਕਰਦਾ ਸੀ ਹਾਂ ਕਲੋਜ਼ ਫਰੈਂਡ ਹੈ। ਫਿਰ ਕਹਿੰਦੇ ਨਾ ਕਿ ਜੇ ਤੁਹਾਡਾ ਕੋਈ ਕਲੋਜ਼ ਫਰੈਂਡ ਹੈ ਉਹਨੂੰ ਐਕਸਪਲੇਨੇਸ਼ਨ ਦੇਣ ਦੀ ਲੋੜ ਨਹੀਂ ਪੈਂਦੀ। ਹਾਂਜੀ, ਜੇ ਤੁਸੀਂ ਗਲਤ ਨਹੀਂ ਹੋਗਾ। ਤੇ ਕਈ ਵੇਲੇ ਮੈਨੂੰ ਲੱਗਿਆ ਮੈਂ ਗਲਤ ਗਈ, ਫਿਰ ਵੀ ਨਹੀਂ ਆ, ਫਿਰ ਵੀ ਮੈਨੂੰ ਇਹਨਾਂ ਐਕਸਪਲੇਨੇਸ਼ਨ ਦੇਣੀ ਪੈ ਰਹੀ ਆ, ਉਹ ਫਿਰ ਵੀ ਨਹੀਂ ਮੋੜੋ ਸੁਣ ਰਿਹਾ। ਫਿਰ ਕਈ ਵੇਲੇ ਆਉਂਦਾ ਸੀ ਦਿਮਾਗ 'ਚ ਕਿ ਹਾਂ ਸ਼ਾਇਦ ਮੈਂ ਗਲਤ ਹੋ ਸਕਦਾ, ਜਦਕਿ ਮੈਂ ਸੀਗਾ ਨਹੀਂ। ਗੱਲ ਮਤਲਬ ਦੀ ਆ ਗਈ। ਹਾਂਜੀ, ਤੇ ਉਸ ਟਾਈਮ ਫਿਰ ਮੈਨੂੰ ਐਂ ਲੱਗਿਆ ਕਿ ਹਾਂ, ਫਿਰ ਮੇਰੇ ਦਿਮਾਗ 'ਚ ਇੱਕ ਥਾਟ ਆਇਆ ਜਿਹੜਾ ਦੇਖਿਆ ਜਾਂਦਾ ਇੱਕ ਤਰ੍ਹਾਂ ਦਾ ਯੂਨੀਵਰਸਲ ਟਰੂਥ ਹੈ। ਨਹੀਂ, ਬਿਲਕੁਲ ਦੱਸੋ ਸਾਨੂੰ। ਹਾਂਜੀ, ਉਹ ਇਦਾਂ ਸੀਗਾ ਕਿ ਹਾਂ कि जरूरत के वक्त अक्सर दोस्त बन जाता हूँ मैं, वरना लोग तो खुदा को भी भूल जाते हैं। ਬਿਲਕੁਲ ਬਹੁਤ ਸਹੀ ਗੱਲ ਹੈ, ਬਿਲਕੁਲ ਵਧੀਆ ਗੱਲ ਆ। ਜਿੱਦਾਂ ਦੀਆਂ ਲਾਈਨਾਂ ਸੋਚ ਕੇ ਮੈਨੂੰ ਲੱਗ ਰਿਹਾ ਮੈਂ ਲਿਖਣਾ ਸ਼ੁਰੂ ਕਰ ਦੇਣਾ ਹੌਲੀ ਹੌਲੀ। ਮੇਰੇ ਕਲੋਜ਼ ਬੈਠੇ, ਪਹਿਲਾਂ ਮੈਂ ਲਿਖੂੰਗਾ। ਚੱਲ ਪਹਿਲਾਂ ਤੂੰ ਲਿਖ ਲੈ। ਤੇ ਇੱਦਾਂ ਤੁਸੀਂ ਲਿਖਿਆ ਤੇ ਤੁਹਾਡੀ ਆਪਾਂ ਪਲੇਲਿਸਟ ਵੀ ਦੇਖੀ, ਬੜੀਆਂ ਸੈਡ ਵਾਲੀਆਂ ਪੋਇਮਸ ਲਿਖੀਆਂ ਪਈਆਂ, ਪਲੇਲਿਸਟ ਆ ਤੁਹਾਡੀ ਪੂਰੀ। ਤੇ ਇਹ ਕਿਹਦੇ ਲਈ ਲਿਖੀਆਂ? ਕੋਈ ਸਟੋਰੀ ਇਹਦੇ ਪਿੱਛੇ ਜਾਂ ਸਿਰਫ ਵੈਸੇ ਹੀ? ਨਹੀਂ, ਦੇਖੋ ਮੈਂ ਤੁਹਾਨੂੰ ਦੱਸਦਾ, ਜਾਂ ਤਾਂ ਬੰਦੇ ਦਾ ਇੰਟਰਸਟ ਹੋਵੇ ਕਿਸੇ ਚੀਜ਼ 'ਚ, ਉਹ ਤਾਂ ਹੀ ਲਿਖਣਾ ਸ਼ੁਰੂ ਕਰਦਾ ਹੈ। ਜੇ ਇੰਟਰਸਟ ਨਾ ਹੋਵੇ
ਤਾਂ ਫਿਰ ਐ ਹੋ ਸਕਦਾ ਕੁਝ ਇਨਸੀਡੈਂਟ ਇਦਾਂ ਦੇ ਹੋ ਜਾਂਦੇ ਆ ਲਾਈਫ 'ਚ ਹੈ ਨਾ, ਫਿਰ ਬੰਦੇ ਨੂੰ ਹਾਂ ਅੰਦਰੋਂ ਆਉਂਦਾ ਕਿ ਉਹ ਬੰਦਾ ਜਦ ਉਸ ਚੀਜ਼ ਨੂੰ ਨਾ ਰਿਕਾਲ ਕਰਦਾ ਤਦੋਂ ਮਤਲਬ ਮਲੀ ਕਲਮ ਦੇ ਉੱਤੇ ਆ ਜਾਂਦਾ। ਇੱਕ ਪਹਿਲਾਂ ਸਟੋਰੀ ਦੱਸੋ ਥੋੜੀ ਜਿਹੀ, ਫਿਰ ਕਲਮ ਦੱਸੋ ਆਪਣੀ। ਹਾਂਜੀ, ਤੇ ਕਿਉਰੀਅਸ ਆਪਾਂ ਜਾਣਦੇ ਜਦ ਮੇਰਾ ਕਾਲਜ ਦਾ 3rd ਸੈਮੈਸਟਰ ਸਟਾਰਟ ਹੋਇਆ ਹਾਂ ਤੇ ਸਡਨਲੀ ਮੈਨੂੰ ਲੱਗਿਆ ਵੀ ਹਾਂ ਵੀ ਕੋਈ ਪਸੰਦ ਆਇਆ ਫਿਰ ਅੱਜ ਤਾਂ ਪਾਰਟੀ ਮੰਨਦੀ ਤਾਂ ਜ਼ਰੂਰ ਪੀਉਂਗੇ ਅੱਜ। ਤੇ ਹੋਰ ਸੱਚ ਦੱਸਾਂ ਤਾਂ ਲਾਈਫ 'ਚ ਪਹਿਲੀ ਵਾਰ ਕੋਈ ਪਸੰਦ ਆਇਆ ਸੀ, ਕਿਸੇ ਨੂੰ ਲੈ ਕੇ ਲੱਗਿਆ ਵੀ ਹਾਂ ਵੀ ਇਸ ਬੰਦੇ ਦਾ ਥਾਟ ਪ੍ਰੋਸੈਸ ਇਦਾਂ ਦਾ ਆ ਕਿ ਹਾਂ ਮੇਰੇ ਨਾਲ ਮੈਚ ਕਰਦਾ। ਨਹੀਂ ਬਹੁਤ ਨਾਈਸ। ਹਾਂਜੀ, ਤੇ ਉਹਦੀ ਕਾਫੀ ਸਾਰੀ ਕੁਆਲਿਟੀ ਮੈਨੂੰ ਪਸੰਦ ਸੀ। ਲੋਕੀ ਕਈ ਵੇਲੇ ਇਹ ਸੋਚ ਲੈਂਦੇ ਆ ਇੱਕ ਰੋਂਗ ਇੱਕ ਤੁਹਾਡਾ ਨਾ ਇੱਕ ਉਹ ਬਣਾ ਲੈਂਦੇ ਆ, ਇਮੇਜ ਬਣਾ ਲੈਂਦੇ ਆ ਕਿ ਹਾਂ ਅੱਜ ਇਹ ਪਸੰਦ ਆ, ਚਲ ਇਹ ਨਹੀਂ ਹਾਂ ਕੀਤੀ ਤਾਂ ਕੱਲ ਹੋਰ ਸਹੀ। ਬਟ ਮੇਰਾ ਤਾਂ ਕੋਈ ਸੀਨ ਨਹੀਂ ਸੀਗਾ, ਕਹਿ ਸਕਦੇ ਹੋ ਫਸਟ ਜਾਂ ਲਾਸਟ ਟਾਈਮ ਉਹ ਪਸੰਦ ਆਇਆ ਹੋਵੇ ਹੈ ਨਾ, ਤੇ ਬਾਕੀ ਲਾਈਫ ਤਾਂ ਚੱਲਦੀ ਰਹਿੰਦੀ, ਕਦੀ ਰੁਕਦੀ ਨਹੀਂ। ਬਿਲਕੁਲ। ਹਾਂਜੀ, ਤੇ ਉਸ ਬੰਦੇ ਨੂੰ ਹਰ ਚੀਜ਼ ਪਸੰਦ ਸੀ ਉਸ ਇਨਸਾਨ ਦੀ ਹੈ ਨਾ। ਉਹਦਾ ਜੋ ਰੂਡ ਵੀ ਬੋਲੇ ਤਾਂ ਮੈਨੂੰ ਨਹੀਂ ਲੱਗਦਾ ਸੀ, ਜਦ ਕਿ ਰੂਡ ਨਹੀਂ ਬੋਲਦੇ ਸੀ, ਕਾਫੀ ਸਟ੍ਰੇਟ ਫਾਰਵਰਡ ਸੀਗੇ। ਤਾਂ ਬਹੁਤ ਵਧੀਆ ਚੀਜ਼ ਹੈ, ਮੈਂ ਫੀਲ ਕਰਦਾ ਉਸ ਚੀਜ਼। ਬਾਕੀ ਉਹਨਾਂ ਦੇ ਵਿੱਚ ਕੁਆਲਿਟੀਜ਼ ਇੰਨੀਆਂ ਸੀਗੀਆਂ। ਅੱਜ ਕੱਲ੍ਹ ਦੇ ਟਾਈਮ ਤੇ ਨਾ ਐਦਾਂ ਹੁੰਦਾ ਕਿ ਜੇ ਤੁਹਾਡੇ ਕੋਲ ਇੱਕ ਕੁਆਲਿਟੀ ਵੀ ਹੈ ਨਾ ਤਾਂ ਤੁਸੀਂ ਨਾ ਉਹਦਾ ਢਿੰਡੋਰਾ ਪਿੱਟ ਦਿੰਦੇ ਹੋ ਸੋਸ਼ਲ ਮੀਡੀਆ ਕਿਤੇ ਵੀ ਨਾ, ਸ਼ੋਅ ਆਫ ਬਹੁਤ ਹੋ ਜਾਂਦਾ। ਹਾਂਜੀ, ਬਟ ਉਹਨਾਂ ਦੇ ਵਿੱਚ ਇਦਾਂ ਸੀਗਾ ਵੀ ਕਾਫੀ ਚੀਜ਼ਾਂ ਮੈਂ ਉਹਨਾਂ ਨਾਲ ਜਦ ਗੱਲ ਕੀਤੀ ਤਾਂ ਤਦ ਮੈਨੂੰ ਉਹਨਾਂ ਬਾਰੇ ਪਤਾ ਲੱਗਾ। ਠੀਕ ਹੈ, ਤਦ ਮੈਂ ਰਿਅਲਾਈਜ਼ ਕੀਤਾ ਕਿ ਇਹ ਸ਼ੋਅ ਆਫ ਨਹੀਂ ਕਰਦੇ। ਠੀਕ ਹੈ ਜੀ, ਤਦ ਮੈਂ ਰਿਅਲਾਈਜ਼ ਹੋਇਆ ਕਿ ਨਹੀਂ ਅੱਜ ਕੁਛ ਤਾਂ ਹੈ ਨਾ। ਤੇ ਉਹਨਾਂ ਬਾਰੇ ਕੁਝ ਲਿਖਿਆ ਹੋਵੇ? ਹਾਂਜੀ, ਉਹਨਾਂ ਬਾਰੇ ਇੱਕ ਥਾਟ ਆਇਆ ਸੀ ਮੈਨੂੰ, ਯਾਨੀ ਕਿ ਕਾਫੀ ਯਾਨੀ ਕਿ ਉਹ ਮੈਨੂੰ ਲੱਗਦਾ ਕਿ ਸੱਚੀ ਮੈਨੂੰ ਇੱਕ ਹੁੰਦਾ ਨਾ ਇੰਪ੍ਰਿੰਟ ਹੁੰਦਾ ਆ ਦਿਮਾਗ 'ਚ ਉਹਨਾਂ ਦਾ, ਤਾਂ ਉਹੀ ਮੈਨੂੰ ਆਇਆ ਸੀਗਾ ਥਾਟ। ਤੇ ਉਹਨਾਂ ਬਾਰੇ ਇੱਕ ਗੱਲ ਲਿਖੀ ਸੀਗੀ ਕਿ ਉਹ ਲੱਗੇ ਮੈਨੂੰ ਬਾਰਬੀ ਡਾਲ ਵਰਗੀ, ਉਹਦੀ ਅੱਖਾਂ 'ਚ ਮੈਨੂੰ ਨੂਰ ਦਿਸਦਾ, ਗੱਲਾਂ ਕਰੇ ਤਾਂ ਗੁਰੂ ਦੀ ਬਾਣੀ ਲੱਗਦੀ, ਮੈਨੂੰ ਲੱਗੇ ਉਹਦੇ ਵਿੱਚ ਰੱਬ ਵਸਦਾ। ਵਾਹ ਕੀ ਬਾਤ ਹੈ। ਬਿਲਕੁਲ, ਇਹ 100% ਜਿਹੜਾ ਮਨ 'ਚ ਸੀਗਾ ਉਹੀ ਸੀਗਾ। ਤੁਹਾਡੇ ਫੀਲਿੰਗਸ ਤੋਂ ਲੱਗ ਰਿਹਾ ਪੂਰਾ ਬਾਹਰ ਆ ਰਿਹਾ ਉੱਪਰ ਉੱਪਰ। ਨਹੀਂ ਸਹੀ ਗੱਲ ਆ। ਤੇ ਹੁਣ ਕੀ ਕੋਈ ਅੱਗੇ ਕੁਝ ਚੱਲ ਰਿਹਾ ਜਾਂ ਨਹੀਂ? ਐਕਚੁਅਲੀ ਇਦਾਂ ਸੀਗਾ ਕਿ ਪ੍ਰੋਬਬਲੀ ਉਹਨਾਂ ਨੂੰ ਲੱਗਿਆ ਹੋਵੇ ਵੀ ਸ਼ਾਇਦ ਇਹ ਵੀ ਬਾਕੀਆਂ ਵਾਂਗੂ ਆ ਕਿ ਜਾਂ ਤਾਂ ਮੇਰੇ ਪਿੱਛੇ ਪੈ ਜਾਊਗਾ ਜਾਂ ਐਦਾਂ ਦਾ ਕੁਝ ਸੀ ਨਹੀਂ ਸੀ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ, ਤਾਂ ਮੈਨੂੰ ਇਹ ਲੱਗਦਾ ਸੀਗਾ ਹਾਂ ਨਾ ਉਹਨਾਂ ਦਾ ਪਰਸਨਲ ਡਿਸੀਜਨ ਹੈ ਨਾ ਜੀ, ਇਹ ਤਾਂ ਮੇਰਾ ਪਰਸਨਲ ਡਿਸੀਜਨ ਸੀ, ਕਿਸੇ ਨੂੰ ਫੋਰਸ ਨਹੀਂ ਕਰ ਸਕਦੇ। ਬਟ ਇਦਾਂ ਆ ਕਿ ਮੈਂ ਸਿਰਫ ਇਹ ਸੋਚਦਾ ਸੀਗਾ ਕਿ ਉਹਨਾਂ ਨੂੰ ਇੱਕ ਵਾਰ ਮੇਰੀ ਗੱਲ ਸੁਣ ਲੈਂਦੇ, ਦੈਟਸ ਇਟ, ਮੈਨੂੰ ਸੈਟੀਸਫੈਕਸ਼ਨ ਹੋ ਜਾਣਾ ਸੀਗਾ। ਚਲੋ ਕੋਈ ਨਹੀਂ, ਆਪਾਂ ਇਸ ਵੀਡੀਓ ਦੇ ਥਰੂ ਜ਼ਰੂਰ ਦੱਸਾਂਗੇ। ਦੇਖੋ ਵੀ ਸਾਨੂੰ ਤਾਂ ਦੱਸਿਆ ਨਹੀਂ, ਨਾ ਉਹਨਾਂ ਦੇ ਨਾਂ ਦੱਸ ਰਹੇ ਆ, ਪਰ ਜੋ ਵੀ ਹੈ ਜੇ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਇਹ ਵੀਡੀਓ ਦੇਖ ਰਹੇ ਆ ਤਾਂ ਪਲੀਜ਼ ਅਪਰੋਚ ਹਿਮ। ਵੀ ਸੀਰੀਅਸ ਆਏ, ਕੋਈ ਉਹ ਨਹੀਂ ਹੈ ਕਿ ਆਇਆ ਗਿਆ, ਇਹ ਕੋਈ ਚੱਕਰ ਨਹੀਂ ਹੈਗਾ। ਤੇ ਤੁਹਾਡੇ ਨਾਲ ਤੁਹਾਡੇ ਲਈ ਲਿਖਦੇ ਵੀ ਬਹੁਤ ਆ, ਮੈਨੂੰ ਲੱਗਦਾ ਕਿ ਸ਼ੋਰ ਆ ਕਿ ਅੱਗੇ ਜਾ ਕੇ ਲਿਖੂਗੇ ਵੀ ਬਹੁਤ। ਤਾਂ ਪਲੀਜ਼ ਅਪਰੋਚ ਐਂਡ ਦੈਨ ਕਲੀਅਰ ਐਵਰੀਥਿੰਗ ਵਟਐਵਰ ਇਜ਼ देयर, ਵਟਐਵਰ ਇਜ਼ ਗੋਇੰਗ ਔਨ देयर। ਮੁੱਕਦੀ ਗੱਲ ਹੈ, ਗੱਲ ਕਲੀਅਰ ਹੋਣੀ ਚਾਹੀਦੀ ਹੈ। ਬਿਲਕੁਲ ਜ਼ਰੂਰੀ ਹੈ। ਹਾਂ, ਅਨਕਲੀਅਰ ਗੱਲਾਂ ਗੈਪ ਆਉਂਦਾ ਬਹੁਤ ਤਕੜਾ, ਡਾਊਟਫੁਲ ਰਹਿ ਜਾਂਦਾ ਹੈ। ਜਿੰਦਗੀ ਚ ਬੰਦਾ ਸੋਚਦਾ ਕੁਝ ਹੁੰਦਾ ਤੇ ਰਹਿ ਉਹ ਕੁਝ ਹੋਰ ਜਾਂਦਾ ਹੈ। ਬਿਲਕੁਲ ਸਹੀ ਗੱਲ ਆ। ਤੇ ਇਸ ਤੋਂ ਅੱਗੇ ਫਿਰ ਆਪਾਂ ਜਾਣਾਂਗੇ ਕਿ ਹੁਣ ਤੁਹਾਡੇ ਫਿਊਚਰ ਪਲਾਨਸ ਕੀ ਹੈ, ਮਤਲਬ ਕੁਝ ਤੁਸੀਂ ਕਰਨੇ ਦੀ ਅੱਗੇ ਕੀ ਕੋਸ਼ਿਸ਼ ਇਸ ਲਾਈਨ 'ਚ ਕੋਸ਼ਿਸ਼ ਕਰ ਰਹੇ ਹੋ? ਹਾਂਜੀ ਬਿਲਕੁਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਨੈਟਵਰਕਿੰਗ ਦਾ ਬੈਕਗ੍ਰਾਉਂਡ ਹੈ, ਤਾਂ ਮੈਂ ਆਪਣੀ ਸਰਟੀਫਿਕੇਸ਼ਨ ਕੰਪਲੀਟ ਕਰ ਰਿਹਾ ਇਸ ਟਾਈਮ। ਮੰਡੇ ਟੂ ਫਰਾਈਡੇ ਮੈਂ ਆਪਣੀ ਜੌਬ ਕਰਦਾ ਸਿਕਿਉਰਿਟੀ ਦੀ, ਐਂਡ ਵੀਕਐਂਡ 'ਚ ਮੇਰੀ ਕਲਾਸਾਂ ਹੁੰਦੀਆਂ ਆਨਲਾਈਨ। ਤੁਹਾਨੂੰ ਪਤਾ ਕੋਵਿਡ ਕਰਕੇ ਸਭ ਬੰਦ ਹੈ, ਤਾਂ ਮੇਰੀ ਆਨਲਾਈਨ ਕਲਾਸਾਂ ਹੁੰਦੀਆਂ। ਤੇ ਮੈਂ ਸੀਸੀਐਨ ਨੇ ਕੁਆਲੀਫਾਈ ਕੀਤਾ ਰੀਸੈਂਟਲੀ, ਹੁਣ ਸੀਸੀਐਨ ਦੀ ਮੈਂ ਤਿਆਰੀ ਕਰ ਰਿਹਾ। ਤੇ ਅੱਗੇ ਫਿਊਚਰ 'ਚ ਮੈਂ ਆਪਣੀ ਫੀਲਡ 'ਚ ਵੀ ਦੇਖੂੰਗਾ ਨੈਟਵਰਕਿੰਗ 'ਚ। ਤੇ ਪੋਇਟਰੀ ਵੱਲ ਤਾਂ ਕੀ ਹੈ? ਪੋਇਟਰੀ ਡੈਫੀਨੇਟਲੀ ਜਿਹੜੀ ਚੀਜ਼ ਪਸੰਦ ਆ ਜਾਂਦੀ ਨਾ, ਇੱਕ ਵਾਰ ਜਿਹਦੀ ਲੱਤ ਲੱਗ ਜਾਵੇ ਉਹ ਛੁੱਟਦੀ ਨਹੀਂ ਛੇਤੀ। ਆ ਛੱਡੀ ਗੱਲ। ਹਾਂਜੀ, ਤੇ ਕੋਸ਼ਿਸ਼ ਕਰੂੰਗਾ। ਹਜੇ ਤਾਂ ਇਹ ਕਹਿ ਸਕਦਾ ਇਮੈਚੁਰ ਪੋਇਟ ਹੈ ਨਾ, ਕੁਝ ਵੀ ਕਹਿ ਦੋ, ਕੁਝ ਵੀ ਰੈਂਡਮ ਆ ਗਿਆ ਲਿਖ ਦਿੱਤਾ, ਫਿਰ ਬਾਅਦ 'ਚ ਉਹ ਅੱਖਰਾਂ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕਰਦਾ ਹਾਂ, ਹੈ ਨਾ। ਇਹ ਗੱਲ ਕਿ ਮੋਤੀ ਪਏ ਹੋਣੇ ਆ ਤੇ ਤੁਸੀਂ ਬਸ ਪਰੋਣਾ ਹੀ ਉਹਨਾਂ ਨੂੰ ਹੈ। ਹਾਂਜੀ ਹਾਂਜੀ, ਨਹੀਂ ਬਿਲਕੁਲ ਸਹੀ ਗੱਲ, ਲਿਖਦੇ ਰਹਿਣਾ ਚਾਹੀਦਾ। ਹੂ ਨੋਸ, ਜ਼ਰੂਰੀ ਨਹੀਂ ਹੈ ਕਿ ਬੰਦਾ ਯਾਨੀ ਇੱਕ ਪਾਰਟਿਕੂਲਰ ਇੱਕ ਚੀਜ਼ ਉੱਤੇ ਫੋਕਸ ਕਰਕੇ ਲਿਖਦਾ ਰਹੇ। ਹਾਂਜੀ, ਹੁਣ ਜੋ ਉਹ ਡੇ ਟੂ ਡੇ ਆਬਜ਼ਰਵ ਕਰਦਾ ਆ, ਤੇ ਜਿੱਦਾਂ ਮੈਂ ਵੀ ਕੁਝ ਨਾ ਕੁਝ ਆਬਜ਼ਰਵ ਕਰਦਾ ਤਾਂ ਫਿਰ ਮੈਂ ਲਿਖਣਾ ਕੋਸ਼ਿਸ਼ ਕਰਦਾ ਉੱਤੇ ਕੁਝ ਲਿਖਣਾ। ਬਿਲਕੁਲ ਬਹੁਤ ਸੋਹਣਾ। ਯਾਰ ਤਾਂ ਪਤਾ ਲੱਗ ਹੀ ਗਿਆ ਕਵਿਤਾਵਾਂ ਤੁਹਾਡੀਆਂ ਤੋਂ, ਜਿੰਨੇ ਵੀ ਥਾਟਸ ਬੋਲੇ ਤੁਸੀਂ, ਦੋਸਤੀ ਤੇ ਪਿਆਰ ਤੇ ਫੌਜੀ ਦੇ, ਇਹ ਸਾਰਾ ਕੁਝ ਬਹੁਤ ਹੀ ਸੋਹਣਾ ਹੈ। ਥੈਂਕ ਯੂ ਸੋ ਮਚ ਫॉर ਬੀਇੰਗ ਹੇਅਰ। ਬਹੁਤ ਹੀ ਵਧੀਆ ਲੱਗਾ ਭਾਈ ਦੀਆਂ ਦਿਲ ਦੀਆਂ ਗੱਲਾਂ ਜਾਣ ਕੇ। ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਓਵਰ ਹੇਅਰ ਐਂਡ ਲੈਟਿੰਗ ਮੀ ਸ਼ੇਅਰ ਦਿਲ ਦੀਆਂ ਗੱਲਾਂ ਵਿਦ ਯੂ ਆਲ। ਥੈਂਕ ਯੂ। And guys, if you like this episode, please do subscribe this channel. And ਜੇ ਤੁਹਾਡੇ ਕੋਲ ਵੀ ਕੁਝ ਹੈ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕਿਸੇ ਨਾਲ ਆਪਣੀ ਦਿਲ ਦੀਆਂ ਗੱਲਾਂ, ਜਾਂ ਤੁਹਾਨੂੰ ਕਦੀ ਮੌਕਾ ਨਹੀਂ ਮਿਲ ਪਾਇਆ, ਤਾਂ ਪਲੀਜ਼ ਇਹਨਾਂ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਨਾ ਭੁੱਲਿਓ, ਐਂਡ ਉਹਨੂੰ ਪਿੰਗ ਕਰਨਾ ਨਾ ਭੁੱਲਿਓ। ਥੈਂਕ ਯੂ ਗਾਇਜ਼, ਲਾਈਕ ਦਿਸ ਵੀਡੀਓ ਐਂਡ ਸ਼ੇਅਰ ਐਜ਼ ਵੈਲ। ਜੇ ਤੁਹਾਡੇ 'ਚ ਵੀ ਕੋਈ ਟੈਲੈਂਟ ਹੈ, ਤੁਸੀਂ ਆਪਣਾ ਸ਼ੋਕੇਸ ਕਰਨਾ ਚਾਹੁੰਦੇ ਹੋ, ਤਾਂ ਅਸੀਂ ਥੱਲੇ ਡਿਸਕ੍ਰਿਪਸ਼ਨ ਵਿੱਚ ਆਪਣੀ ਜੀਮੇਲ ਦੀ ਆਈਡੀ ਡਾਊਨ ਪਾ ਦਾਂਗੇ, ਤੇ ਕਮੈਂਟ ਵਿੱਚ ਜੇ ਆਪਣਾ ਨਾਮ ਸ਼ੇਅਰ ਕਰ ਸਕਦੇ ਹੋ, ਤੇ ਆਪਾਂ ਤੁਹਾਡੇ ਤੇ ਜ਼ਰੂਰ ਗੈਟ ਬੈਕ ਹੋਵਾਂਗੇ।
ਤੇ ਇਸ ਦੇ ਨਾਲ ਹੀ ਅੱਜ ਜੋ ਸਾਨੂੰ ਇਜਾਜ਼ਤ। ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਨਵੇਂ ਗੈਸਟ ਦੇ ਨਾਲ। ਤਦ ਤੱਕ ਰੋ ਸਟੇ ਹੋਮ ਤੇ ਸਟੇ ਸੇਫ। ਸ਼ਬਾ ਖੈਰ।